ਸੁਨ ਰੇ ਮਨਾ ਆਦ ਕਟਤ ਹੈ ਨੀਤ ਆਜ ਦਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨਾ ਜਹਤ ਉਪਜਿਓ ਨਾਨਕਾ ਦੀਨ ਤਾਹੇ ਮੈਂ ਮਾਨਾ ਘਟ ਮੈਂ ਘਰ ਜੋ ਵਸੈ ਸੰਤਨ ਕਹਿਓ ਪੁਕਾਰ ਹਉ ਨਾਨਕ ਤੇ ਭਜ ਮਨਾ ਹਉ ਨਿਦ ਉਤਰੇ ਪਾਰ ਸੁਖ ਦੁਖ ਜੇ ਪਰਸੈ ਨਹੀਂ ਲੋਭ ਮੋਹ ਅਭਿਮਾਨ ਹਉ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਮਸਤਕ ਨਿੰਦਿਆ ਨਹਿ ਜਹ ਕੰਚਨ ਲੋਹ ਸਮਾਨ ਹਉ ਨਾਨਕ ਸੁਨ ਰੇ ਮਨਾ ਮੁਕਤ ਤਾਏ ਤੈ ਜਾਨ ਰਖ ਸੋਗ ਜਾਗੈ ਨਹੀਂ ਮੈਰੀ ਮੀਤ ਸਮਾਨ ਹਉ ਨਾਨਕ ਸੁਨ ਰੇ ਮਨਾ ਮੁਕਤ ਤਾਏ ਤੈ ਜਾਨ ਕਾਹੂ ਕੋ ਦੇ ਤਨੈ ਮੈਂ ਪੈ ਮਾਨਤ ਆਨ ਹਉ ਨਾਨਕ ਸੁਨ ਰੇ ਮਨਾ ਗਿਆਨੀ ਤਾਏ ਬਖਾਨ ਵਿਖਿਆ ਸਗਲੇ ਦਜੀ ਜਿਉ ਭੇਖ ਬੈਰਾਗ ਹਉ ਨਾਨਕ ਸੁਨ ਰੇ ਮਨਾ ਤੇ ਨਰ ਮਾਥੈ ਭਾਗ ਵਾਇਆ ਮਮਤਾ ਤਜੀ ਸਭ ਤੇ ਪਇਓ ਉਦਾਸ ਹਉ ਨਾਨਕ ਸੁਨ ਰੇ ਮਨਾ ਏਕੜ ਬ੍ਰਹਮ ਨਿਵਾਸ ਰੇ ਪ੍ਰਾਨੀ ਹਉ ਤਜੀ ਕਰਤਾ ਰਾਮ ਪਛਾਨ ਹਉ ਨਾਨਕ ਉਹ ਮੁਕਤ ਨਰ ਏ ਮਨ ਸਾਚੀ ਮਾਨ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਦਿਨ ਜੋ ਨਾਨਕ ਭਜੈ ਸਭਨ ਹੋਏ ਤੇ ਕਾਮ ਦੇਵਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਨਾਨਕ ਸੁਨ ਰੇ ਮਨਾ ਰਹਿਨ ਜਮ ਕੈ ਧਾਮ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਹਉ ਨਾਨਕ ਆਪਨ ਧਰੈ ਔਰ ਨ ਲੈ ਤੋ ਉਦਾਰ ਸੁਪਨਾ ਯਰ ਵੇਖਣਾ ਐਸੇ ਜਗ ਕੋ ਜਾਨ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਸੁਦਨ ਮਾਇਆ ਕਰਨੇ ਪ੍ਰਾਨੀ ਡੋਲਤ ਨੀਤ ਪੂਰਨ ਮੈਂ ਨਾਨਕ ਕੋ ਨਾਰਾਇਣ ਜੇ ਜੀਤ ਜੈਸੇ ਜਲ ਤੇ ਮੁਦ ਉਦਾ ਉਪਜੈ ਬਿਨ ਸੈਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ ਆਨੀ ਕਛੂ ਨ ਚੇਤਈ ਮਦ ਮਾਇਆ ਕੈ ਅੰਧ ਹਉ ਨਾਨਕ ਬਿਨ ਹਰ ਭਜਨ ਅਰਧ ਤਾਹੇ ਜਮ ਫੰਦ ਹਉ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇਹ ਹਉ ਨਾਨਕ ਸੁਨ ਰੇ ਮਨਾ ਦੁਰਲਭ ਮਾਨਕ ਦੇਹ ਆਇਆ ਕਾਰਨ ਤਵਗੀ ਮੂਰਖ ਲੋਗ ਅਜਾਨ ਹਉ ਨਾਨਕ ਬਿਨ ਹਰ ਭਜਨ ਮਿਰਤਾ ਜਨਮ ਸਿਰਾਨ ਹਉ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ ਹਰ ਜਨ ਘਰ ਅੰਤਰ ਨਗੀ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦ ਰਹਿਓ ਵਿਸਰਿਓ ਗੋਬਿੰਦ
ਕੈ ਅੰਧ ਹਉ ਨਾਨਕ ਹਰ ਭਜਨ ਬਿਨ ਭਰਤ ਤਾਹੇ ਜਮ ਫੰਦ ਸੁਖ ਮੈਂ ਉਹ ਸੰਗੀ ਭਏ ਹੁਕ ਮੈਂ ਸੰਗ ਨ ਕੋਏ ਹਉ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਵਤ ਫਿਰਿਓ ਮਿਟਿਓ ਨ ਜਮ ਕੋ ਤਰਾਸ ਹਉ ਨਾਨਕ ਹਰ ਭਜ ਮਨਾ ਭੈ ਪਾਵੈ ਬਾਸ ਲਵੋ ਤੁਮੈ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਪਰਵਤ ਸਿਓ ਨਾਨਕ ਵਧਿਓ ਰਾਖ ਲਿਓ ਭਗਵਾਨ ਆਲ ਜਵਾਨੀ ਅਰ ਬਿਰਦ ਫਨਾ ਹੀਨ ਅਵਸਥਾ ਜਾਨ ਹਉ ਨਾਨਕ ਹਰ ਭਜਨ ਬਿਨ ਮਿਰਤਾ ਸਭੀ ਮਾਨ ਕਰਣੋ ਤੋ ਸੋ ਨਾ ਕੀਓ ਹਰਿਓ ਲੋਭ ਕੈ ਫੰਦ ਨਾਨਕ ਸਮਿਓ ਰਮ ਗਇਓ ਅਬ ਕਿਉ ਰੋਵਤ ਅੰਧ ਮਨ ਮਾਇਆ ਮੈਂ ਰਮ ਰਿਓ ਇਕ ਸਤ ਨਾਇਨ ਮੀਤ ਨਾਨਕ ਮੂਰਤ ਚਿਤਰ ਜਿਓ ਛਾੜਤ ਨਾਇਨ ਪੀਤ ਹਰ ਜਗਤ ਕਸ਼ਿਆਰ ਔਰ ਕੀ ਔਰ ਪਈ ਚਿਤਵਤ ਰਿਓ ਠਗਾਰ ਨਾਨਕ ਬਾਸੀ ਗਰ ਪਰੀ ਜਤਨ ਬਹੁਤ ਸੁਖ ਕੇ ਕੀਏ ਸਭ ਕੋ ਕੀਓ ਨ ਕੋਏ ਹਉ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਏ ਵਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਹਉ ਨਾਨਕ ਮਨ ਸਿਮਰਤ ਪੂਰਨ ਹੋਵੈ ਕਾਮ ਉਠੈ ਮਾਨ ਗਵਾ ਕਰ ਅਗ ਸੁਪਨੇ ਜਿਉ ਜਾਣਾ ਆਕਾਸ਼ ਤੇਰੋ ਨਗੀ ਨਾਨਕ ਕਹਿਓ ਬਖਾਨ ਕਰਤ ਗਹਦੇ ਕੋ ਇਨਸੈ ਸ਼ਿਰ ਮੈਂ ਮੀਤ ਪ੍ਰਾਨੀ ਘਰ ਜਸ ਗਇਓ ਨਾਨਕ ਤੇ ਜਗ ਜੀਤ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣਾ ਇਹ ਨਰ ਘਰ ਅੰਦਰ ਨਗੀ ਨਾਨਕ ਸਾਚੀ ਮਾਰਾ ਇੱਕ ਭਗਤ ਭਗਵਾਨ ਇਹ ਪ੍ਰਾਣੀ ਕਾ ਨਾਹਿ ਮਾਨਾ ਐਸੇ ਸੁਕਰ ਸਵਾਨ ਨਾਨਕ ਮਾਨੋ ਤਾਏ ਤਾਨਾ स्वामी को गृह ज्यो सदा ਸਵਾਨ ਤਜਤ ਨਹੀਂ ਨਤ नानक ए बिंद घर भजो ਇਕ ਮਨ ਹੋਏ ਇਕ ਚਿੱਤ युद्ध वरत अरदान कर ਮਨ ਮੈਂ ਧਰਾ ਗੁਮਾਨ नानक ने फल जात दे ਜੋ ਕੂਚਰ ਇਸਨਾਨ फिर कंप्यो पग डग मगे ਗਿਆਨ ਜੋਤ ਤੇ ਹੀ ਨਾ नानक ए विद भई ਕਉ ਨ ਹਰ ਰਸ ਲੀਨਾ कर देखो जगत में ਓ ਕਾਹੂ ਕੋ ਨਾਹੇ नानक तेरे घर भगत गए ਤੇਰਾ ਕੋ ਮਨ ਮਾਹੇ सब रचना सब झूठ गए ਜਾਨ ਲਿਓ ਰੇ ਮੀਤ नानक सिर नार गए ਜੋਂ ਬਾਲੂ ਕੀ ਪੀਤ राम गयो रावण गयो ਜਾਗ ਬਹੁ ਪਰਵਾਰ नानक सिर कश नगी ਸੁਪਨੇ ਜੋ ਸੰਸਾਰ पिता दागी कीजिए ਜੋ ਅਨ ਹੋ
ਬੰਧਨ ਪਰ ਕਛੂ ਨ ਹੋਤ ਉਪਾਏ ਨਾਨਕ ਆਵੇ ਓਟ ਘਰ ਕਾਜ ਜਿਉ ਸਹਾਏ ਬੰਧਨ ਛੁਟ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰੇ ਗਾਥ ਮੈਂ ਤੁਮੇ ਹੋਤ ਸਹਾਏ ਸਭ ਤਜ ਗਏ ਕਉ ਨ ਨਿਭਿਓ ਸਾਥ ਕਉ ਨਾਨਕ ਇਹ ਵਿਪਤ ਮੈਂ ਏਕ ਏਕ ਰਘੁਨਾਥ ਹੋ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਉ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਨਾਮ ਔਰ ਮੈਂ ਗਇਓ ਜਾ ਕੈ ਸਮ ਨਹੀਂ ਕੋਏ ਸਿਮਰਤ ਸੰਕਟ ਮਿਟਾਏ ਦਰਸ ਤੁਹਾਰੋ ਨਾਮ ਔਰ ਮੈਂ ਗਇਓ ਜਾ ਕੈ ਸਮ ਨਹੀਂ ਕੋਏ ਸਿਮਰਤ ਸੰਕਟ ਮਿਟਾਏ ਦਰਸ ਤੁਹਾਰੋ ਮਹਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਆ ਸਤ ਸੰਤੋਖ ਵਿਚਾਰੋ ਠਾਕੁਰ ਗਾਵਿਆ ਜਿਸ ਕਾ ਸਭ ਸੋ ਆਧਾਰੋ ਜੇ ਕੋ ਹੰਸਾ ਜਿਸ ਕਾ ਹੋਏ ਉਦਾਰੋ ਦੇਵਤ ਤਜੀ ਨਾ ਜਾਏ ਨਿਤ ਨਿਤ ਰਾਗ ਔਰ ਤਾਰੋ ਸੰਸਾਰ ਚਰਨ ਲਗ ਤਰੀਆ ਅਬ ਨਾਨਕ ਬ੍ਰਹਮ ਪਸਾਰੋ ਗੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕਿਤੋਈ ਮੈਂ ਨਿਰਗੁਣ ਯਾਰ ਕੋ ਗੁਣ ਨਾਹੀ ਆਪੇ ਤਰਸ ਪਇਓਈ ਹਰ ਸਭਿਆ ਮਿਹਰਾਮਤ ਹੋਏ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਦੀਵੈ ਹਰਿਆ ਹਰ ਸਭਿਆ ਮਿਹਰਾਮਤ ਹੋਏ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਦੀਵੈ ਹਰਿਆ ਓੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਇੱਕ ਸੰਗ ਪੰਚ ਬਰੰਗਨ ਸੰਗ ਅਲਪੈ ਅਛੂ ਨੰਦਨ ਪ੍ਰਥਮ ਰਾਗ ਭੈਰੋ ਹੈ ਕਰਗੀ ਪੰਚ ਰਾਗਨੀ ਸੰਗ ਉਚਰਹਿ ਪ੍ਰਥਮ ਵੈਰਵੀ ਬਲਾਵਲੀ ਪੁਨਿਆ ਕੀ ਗਾਵੈ ਬੰਗਲੇ ਅਨਿਆਸ ਲੇਖੀ ਕੀ ਕੋਈ ਵਾਰੀ ਇਹ ਭੈਰੋਂ ਕੀ 500 ਨਾਰੀ ਪੰਚਮ ਹਰਕਤ ਸਾਹਿਬ ਸੁਨਾਵੈ ਬੰਗਾਲੋ ਮਤ ਮਹਤਵ ਗਾਵੈ ਨਰਤ ਬਲਾਵਲ ਗਾਵਗੀ ਆਪਣੀ ਆਪਣੀ ਬਾਤ ਆਜ ਪੁੱਤਰ ਭੈਰਵ ਕੇ ਗਾਵੈ ਗਾਇਨ ਪਾਤਰ ਦੁਤੀਆ ਮਾਲਕੋ ਸਤਿਆ ਲਾਪੈ ਸੰਗ ਰਾਗਨੀ ਪਾਛੋ ਸਪੈ ਗਾਉਣ ਕਰੀ ਅਰ ਦੇਵ ਗੰਧਾਰੀ ਗੰਧਾਰੀ ਸਿਉ ਤੇ ਉਚਾਰੀ ਤਨਾਸਰੀ ਹੈ ਬਾਝੋ ਗਾਈ ਮਾਲ ਰਾ ਕੋਸ ਸੰਗ ਲਾਈ ਮਾਰੂ ਮਸਤ ਅੰਗ ਮੇ ਵਾਰ ਪਰਵਲ ਚੰਡ ਕੋਸ ਦਿਓ ਭਾਰ ਭਗਟ ਪੌਰ ਆਨੰਦ ਗਾਏ ਅਸ਼ਟ ਮਾਲ ਕੋਸ ਸੰਗ ਲਾਏ ਹੁਨੇ ਆਇਓ ਗੰਡੋਲ ਪੰਚ ਨਾਰ ਸੰਗ ਅਟ ਸੋਤ ਉਠਾ ਤਾਨ ਕੁਲੋਲ ਗਾਨ ਤਾਰ ਮਿਲਾਵਗੀ ਤੈ ਲੰਗੀ ਦੇਵ ਕਰੀ ਆਈ ਸੰਤੀ ਸੰਦੂਰ ਸਫਾਈ ਸਸਿਰੀ ਲੈ ਪਰ ਜਾ ਸਗਲਾਈ ਪੰਚੋ ਵਾਰ ਜਾ ਸੁਰਮਾ ਆਨੰਦ ਪਾਸ ਕਰ ਆਏ
ਚੰਦਰ ਬਿੰਬ ਮੰਗਲਨ ਸੁਹਾਇ ਸਰਸਮਾਨ ਉਹ ਆਹੇ ਬਨੋਦਾ ਗਾਵੇ ਸਰਸ ਬਸੰਤ ਗਵਾਉਂਦਾ ਆਸ਼ਟ ਪੁੱਤਰ ਮੈਂ ਤੇ ਸਵਾਰੀ ਪੁਨਿਆਈ ਦੀਪਕ ਕੀ ਬਾਣੀ ਕਸ਼ਲੀ ਪਟ ਮੰਜਰੀ ਟੋਡੀ ਕਈ ਅਲਾ ਕਾਮੋ ਦਿਓ ਗੁਜਰੀ ਸੰਤੀ ਪਕੇ ਥਾ ਆਲੰਕਾ ਕੁੰਤਲਿਓ ਰਮਾ ਕਮਲ ਕੁਸਮ ਚੰਪਕੇ ਨਾਮਾ ਗੌਰਾਇਓ ਕਨਰਾ ਕਲਿਆਣਾ ਅਸ਼ਟਪੁੱਤਰ ਦੀਪਕ ਜਨਮ ਸਾਮਰ ਸ੍ਰੀ ਰਾਗਵੈ ਗਾਵੈ ਪਾਂਚੋ ਸੰਤ ਪਰੰਗ ਲਾਵੈ ਹੈਰਾ ਈਕਰ ਨਾਟੇ ਧਰੇ ਗਵਰੀ ਗਾਵੈ ਆਸਾਵਰੀ हे बश सिंधवी अलापी श्री राग संपाचो थापी सालू सारग सकराम और कौंड गंभीर अष्टपुत्र श्री राग के गुंड कुंभ खमीर खष्टम मेघ राग वै गावै पंचो संग परंग लावै सोठ गौंड मलारे कुने उन गावै आसा गुन गुनी ऊंचे सुर सोहो गुन कीने मेघराज सो बाजो जीनी भैरा तर गढ़ तर के दारा गवली तर नट ओ जल तारा नगावै शंकर ओ श्यामा मेघराग पुत्रन के नामा खष्ट राग उन गाय संग रागनी ते सहाय पुत्र रागन के 18 10 खष्ट राग उन ਗਾਏ ਸੰਗ ਰਾਗਨੀ ਤੇ सहाय पुत्र रागन ਗਨ ਕੇ 18 10 20 ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਮਾਨਯੋਗ ਕੇ ਕੀਰਤਨੀਆਂ ਪਾਸੋਂ ਵਿਸ਼ਰੀ ਹੋਈ ਰੂਹ ਦੇ ਨਿਮਿਤ 25 ਮਿੰਟ ਲਈ ਲਾਹੀ ਬਾਣੀ ਦਾ ਕੀਰਤਨ। ਜੋ ਉਪਜਿਓ ਸੋ ਬਿਨਸ ਹੈ, ਜੋ ਉਪਜਿਓ ਸੋ ਬਿਨਸ ਹੈ, ਪਰ ਅਜ ਕੇ ਤਾਲ, ਪਰ ਅਜ ਕੇ ਤਾਲ, ਜੋ ਉਪਜਿਓ ਸੋ ਬਿਨਸ ਹੈ। ਨਾਨਕ ਹਰਿ ਗੁਣ ਗਾਏ ਲੈ, ਨਾਨਕ ਹਰਿ ਗੁਣ ਗਾਏ ਲੈ, ਸਾਧ ਸਗਲ ਸੰਸਾਰ ਚਿੰਤਾ ਕੀ ਜੋ ਅਨਹੋਣੀ ਹੋਏ, ਏ ਮਾਰੇ ਸੰਸਾਰ ਕੋ, ਏ ਮਾਰਗ ਸੰਸਾਰ ਕੋ, ਨਾਨਕ ਤੇਰ ਨਹੀਂ ਕੋਇ, ਜੋ ਉਪਜਿਓ ਸੋ ਬਿਨਸ ਹੈ, ਜੋ ਉਪਜਿਓ ਸੋ ਬਿਨਸ ਹੈ, ਪਰ ਅਜ ਕੇ ਤਾਲ, ਪਰ ਅਜ ਕੇ ਤਾਲ, ਜੋ ਉਪਜਿਓ ਸੋ, ਜੋ ਉਪਜਿਓ ਸੋ, ਜੋ ਉਪਜਿਓ ਸੋ ਬਿਨਸ ਸੱਜਣ ਮੇਰੇ ਰੰਗ ਲੈ, ਜਾਏ ਸੁਤੇ ਗਿਰਾ,
ਸੱਜਣ ਮੇਰੇ ਰੰਗ ਲੈ ਜਾਏ ਸੁਖੇ ਕੀਰਾ ਸੱਜਣ ਮੇਰੇ ਰੰਗ ਜਾਏ ਸੁਖੇ ਕੀਰਾ हम भी बन जानो रानी, रोआ चीनी बा। हम भी बन जानो रानी, रोआ चीनी बा, रोआ चीनी बा, जाए सुखते जीरा सजन मेरे रंग जाए सुखते जीरा सजन मेरे रंग जाए सुखते जीरा ਤਨ ਜੋਵਣ ਅਰ ਭੂਲੜਾ ਨਾਠੀੜੇ ਦਿਨ ਚ ਤਨ ਜੋਵਣ ਅਰ ਭੂਲੜਾ ਨਾਠੀੜੇ ਦਿਨ ਚ ਪਵਨ ਤੇਰੇ ਪਤ ਜੀਓ ਤਾਰ ਜੋ ਮਨ ਹਾ ਤਾਰ ਜੋ ਮਨ ਹਾ ਜਾਏ ਸੁਖੇ ਜੀਰਾ ਸੱਜਣ ਮੇਰੇ ਰੰਗ ਜਾਏ ਸੁਖੇ ਜੀਰਾ ਸੱਜਣ ਮੇਰੇ ਰੰਗ ਜਾਏ ਸੁਖੇ ਜੀਰਾ
ਪਿਆ ਪੁਰਾਣਾ ਚੋਲਾ, ਪਿਆ ਪੁਰਾਣਾ ਚੋਲਾ, ਗਾਏ ਸੁੱਤੇ ਜੀਰਾ ਸੱਜਣ ਮੇਰੇ ਰੰਗ ਨੇ, ਗਾਏ ਸੁੱਤੇ ਜੀਰਾ ਸੱਜਣ ਮੇਰੇ ਰੰਗ ਨੇ, ਗਾਏ ਸੁੱਤੇ ਜੀਰਾ। ਕੀ ਨਾ ਸੁਨੇਹੀ ਗੋਰੀਏ, ਆਪਣ ਕੰਨੀ ਸੋਏ। ਕੀ ਨਾ ਸੁਨੇਹੀ ਗੋਰੀਏ, ਆਪਣ ਕਰਨੀ ਸੋਏ। ਲੱਗੀ ਆਵੇ ਸਹੁਰੇ, ਨਿਤ ਨ ਪਈਏ ਹੋਏ, ਨਿਤ ਨ ਪਈਏ ਹੋਏ, ਗਾਏ ਸੁੱਤੇ ਜੀਰਾ ਸੱਜਣ ਮੇਰੇ ਰੰਗ ਨੇ, ਗਾਏ ਸੁੱਤੇ ਜੀਰਾ ਸੱਜਣ ਮੇਰੇ ਰੰਗ ਨੇ, ਗਾਏ ਸੁੱਤੇ ਜੀਰਾ। ਨਾਨਕ ਸੁਣਤੀ ਪਈ ਜਾਣ ਮਿਲਤੀ ਸਨ। ਗੁਣਾ ਗਵਾਈ ਕੰਠੜੀ, ਅਵਗੁਣ ਚੱਲੀ ਬਣ, ਅਵਗੁਣ ਚੱਲੀ ਬਣ, ਗਾਏ ਸੁੱਤੇ ਜੀਰਾ ਸੱਜਣ ਮੇਰੇ ਰੰਗ ਨੇ, ਗਾਏ ਸੁੱਤੇ ਜੀਰਾ ਸੱਜਣ ਮੇਰੇ ਰੰਗ ਨੇ, ਗਾਏ ਸੁੱਤੇ ਜੀਰਾ, ਗਾਏ ਸੁੱਤੇ ਜੀਰਾ, ਗਾਏ ਸੁੱਤੇ ਜੀਰਾ। बाबा बोलते थे कहाँ गए, बाबा बोलते थे कहाँ गए, बाबा बोलते थे कहाँ गए, बाबा बोलते थे कहाँ गए। देही के संग रहते, देही के संग रहते, बाबा बोलते थे कहाँ गए,
कहाँ गए। सुरत माहे जो नृत्य करके कथा वार्ता कहते। सुरत माहे जो नृत्य करके कथा वार्ता कहते। बाबा बोलते थे कहाँ गए, बाबा बोलते थे कहाँ गए, बोलते थे कहाँ गए, बाबा बोलते थे कहाँ गए। गगन नग एक बूंद ना बरखे, नाद कहाँ जो समाना। गगन नग एक बूंद ना बरखे, नाद कहाँ जो समाना। परमेश माधु परमहंस दस दाना। परमेश माधु परमहंस दस दाना। बाबा बोलते थे कहाँ गए, बाबा बोलते थे कहाँ गए, बाबा बोलते थे कहाँ गए, बाबा बोलते थे कहाँ गए। कहाँ गए जिनके मंदिर कीना। बजावन हारो कहाँ गए जिनके मंदिर कीना। साक्षी शब्द सुरत नहीं, ओ मुझे
ਮੁਖ ਨਾਨਕ ਸਹਿਬਾਤ ਚਰਨ ਰਹੇ ਕਰ ਤਰਕ ਪਰੇ ਮੁਖ ਨਾਨਕ ਸਹਿਬਾਤ ਬਾਬਾ ਬੋਲਤੇ ਤੇ ਕਹਾਂ ਗਏ 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 ਤਾਕੇ ਪੰਜ ਲੋਕ ਸਭ ਤਸਕਰ ਆਪ ਆਪਣੇ ਭ੍ਰਮ ਤੇ ਤਾਕੇ ਪੰਜ ਲੋਕ ਸਭ ਤਸਕਰ ਆਪ ਆਪਣੇ ਭ੍ਰਮ ਤੇ ਥਾਕਾ ਮਨ ਕੁੰਜਲ ਗੁਰ ਥਾਕਾ ਤੇਜ ਸੂਤ ਧਰ ਰਮਤੇ ਥਾਕਾ ਮਨ ਕੁੰਜਲ ਗੁਰ ਥਾਕਾ ਤੇਜ ਸੂਤ ਧਰ ਰਮਤੇ ਬਾਬਾ ਬੋਲਤੇ ਤੇ ਕਹਾਂ ਗਏ 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 ਮ੍ਰਿਤਕ ਪੈ ਦਸ ਬੰਦ ਛੂਟੈ ਮਿੱਤਰ ਪਾਏ ਸਭ ਸੋਰੇ ਮ੍ਰਿਤਕ ਪੈ ਦਸ ਬੰਦ ਛੂਟੈ ਮਿੱਤਰ ਪਾਏ ਸਭ ਸੋਰੇ ਜੋ ਹਰ ਧਿਆਵੈ ਜੀਵਤ ਬੰਧਨ ਤੋਰੇ ਜੋ ਹਰ ਧਿਆਵੈ ਜੀਵਤ ਬੰਧਨ ਤੋਰੇ ਬਾਬਾ ਬੋਲਤੇ ਤੇ ਕਹਾਂ ਗਏ 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 ਦੇਹੀ ਕੇ ਸੰਗ ਰਹਿ ਦੇਹੀ ਕੇ ਸੰਗ ਰਹਿਤੇ ਦੇਹੀ ਕੇ ਸੰਗ ਰਹਿਤੇ ਬਾਬਾ ਬੋਲਤੇ ਤੇ ਕਹਾਂ ਗਏ 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 ਬਾਬਾ ਬੋਲਤੇ ਤੇ ਕਹਾਂ ਗਏ। ਇਤਨੀ ਸੇਵਾ ਪ੍ਰਵਾਨ ਕਰਨੀ ਆਓ ਫਤਿਹ ਜਵਾਬ ਫਤਿਹ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ।
ਸਾਹਿਬ ਜੀ। ਡੰਡੋਤ ਬੰਧਨ ਅਣਕਵਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਤੇ ਕਰ ਹੱਥ। ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਬਾਰਕ ਚਰਨਾਂ ਦੇ ਵਿੱਚ ਸੱਜ ਬੈਠੇ, ਜੁੜ ਬੈਠੇ, ਮਿਲ ਬੈਠੇ ਗੁਰੂ ਪਿਆਰਿਓ, ਗੁਰੂ ਫਤਿਹ ਦੀ ਸਾਂਝ। ਧੰਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾ ਕੇ ਦੋਵੇਂ ਹੱਥ ਜੋੜ ਕੇ ਬੜੇ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੀ ਸਤਿਕਾਰਯੋਗ ਬਜ਼ੁਰਗ ਸਰਦਾਰ ਸ਼ਿਵਦੇਵ ਸਿੰਘ ਜੀ, ਜੋ ਵਾਹਿਗੁਰੂ ਅਕਾਲ ਪੁਰਖ ਦੇ ਭਾਣੇ ਵਿੱਚ ਅਕਾਲ ਚਲਾਣਾ ਕਰ ਗਏ ਨੇ। ਸਤਿਗੁਰੂ ਸਾਹਿਬ ਜੀ ਨੇ ਇਲਾਹੀ ਬਾਣੀ ਦੇ ਵਿੱਚ ਇੱਕ ਦੁਨੀਆ ਦਾ ਉਪਦੇਸ਼, ਇੱਕ ਸਿੱਖ ਦੀ ਵਿਚਾਰਧਾਰਾ ਹੈ। ਦੁਨੀਆ ਦੇ ਵਿੱਚ ਹਰ ਧਰਮ ਨੇ ਔਰ ਕਮਿਊਨਿਸਟਿਜ਼ਮ ਨੇ ਮੌਤ ਨੂੰ ਪ੍ਰਵਾਨ ਕੀਤਾ ਹੈ, ਪਰ ਸਿੱਖ ਧਰਮ ਵਿੱਚ ਮੌਤ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਸਿੱਖ ਅਕਾਲ ਚਲਾਣਾ ਕਰਦਾ ਹੈ, ਸਿੱਖ ਮਰਦਾ ਨਹੀਂ। ਹਰ ਧਰਮ ਨੂੰ ਪੜ੍ਹੋਗੇ, ਉਹਨਾਂ ਦੇ ਵਿੱਚ ਮੌਤ ਦਾ ਪਾਠ ਹੈ, ਮੌਤ ਦੀ ਨਮਾਜ਼ ਹੈ, ਔਰ ਉਹ ਮੌਤ ਦੇ ਵਕਤ ਹੀ ਪੜ੍ਹੀ ਜਾਂਦੀ ਹੈ। ਇਸਲਾਮ ਦੀ ਨਮਾਜ਼ ਹੈ, ਉਹ ਮੌਤ ਦੇ ਵੇਲੇ ਪੜ੍ਹੇ ਜਾ ਕੇ ਪਿੱਛੇ ਨਹੀਂ ਪੜ੍ਹੀ ਜਾਏਗੀ। ਸਨਾਤਨ ਮਤ ਦੇ ਵਿੱਚ, ਹਿੰਦੂ ਮਤ ਵਿੱਚ ਗੁਰੂ ਪੁਰਾਣ ਦਾ ਪਾਠ ਜਿਹੜਾ ਹੈ, ਉਹ ਕੇਵਲ ਮੌਤ ਦੇ ਵੇਲੇ ਕੀਤਾ ਜਾਏਗਾ, ਅੱਗੇ ਪਿੱਛੇ ਨਹੀਂ ਕੀਤਾ ਜਾਏਗਾ। ਪਰ ਸਤਿਗੁਰੂ ਸਾਹਿਬ ਜੀ ਨੇ ਕੋਈ ਮੌਤ ਦਾ ਪਾਠ ਨਹੀਂ ਬਣਾਇਆ। ਹਾਂ, ਜਿੱਥੇ ਦੁਨਿਆਵੀ ਵਿਅਕਤੀ ਸੀ ਉਹਨੂੰ ਉਪਦੇਸ਼ ਦਿੱਤਾ ਹੈ ਕੱਲ ਤੈਨੂੰ ਮੌਤ ਆਏਗੀ, ਲੇਕਿਨ ਸਿੱਖ ਵਾਸਤੇ ਆ ਵੀ ਸਿੱਖ ਤੈਨੂੰ ਮੌਤ ਨਹੀਂ ਆਏਗੀ, ਤੂੰ ਅਕਾਲ ਚਲਾਣਾ ਕਰਨਾ। ਮੈਂ ਬੇਸ਼ੱਕ ਸੰਸਕਾਰ ਤੇ ਵੀ ਗਿਆ ਸੀ, ਪਰ ਮੈਨੂੰ ਉਦੋਂ ਪਤਾ ਨਹੀਂ ਲੱਗਾ। ਜਦੋਂ ਹੁਣ ਵੀਰ ਗੁਰਦੇਵ ਸਿੰਘ ਕੰਗ ਆਏ ਤੇ ਮੈਨੂੰ ਫਤਿਹ ਬੁਲਾਈ ਤੇ ਕਹਿਣ ਲੱਗੇ ਬਜ਼ੁਰਗ ਸਾਡੇ ਨਾਲ ਸੰਘਰਸ਼ ਵਿੱਚ ਜਾਂਦਾ ਰਿਹਾ। ਇਹ ਗੱਲ ਯਾਦ ਰੱਖਿਓ ਵੀ ਚਾਹੇ ਆਪਣੀ ਵਿੱਤ ਅਨੁਸਾਰ ਹਿੱਸਾ ਪਵੇ, ਇਹਦਾ ਮਤਲਬ ਉਹਦੇ ਦਿਲ ਵਿੱਚ ਪੰਥ ਦਾ ਦਰਦ ਹੈ। ਜਿਹੜਾ ਪੰਥ ਦੀ ਖਾਤਰ, ਪੰਥ ਦੇ ਸੰਘਰਸ਼ ਵਾਸਤੇ ਤੁਰਦਾ ਹੈ ਨਾ, ਬੇਸ਼ੱਕ ਥੋੜਾ ਬਹੁਤਾ ਕੋਈ ਵਿਚਾਰ ਮਤਭੇਦ ਹੋਣ, ਇਹਦਾ ਮਤਲਬ ਉਹਦੇ ਅੰਦਰ ਪੰਥ ਦਾ ਦਰਦ ਹੈ। ਪਰ ਪੰਥ ਦਰਦੀ ਨੂੰ ਕਦੀ ਮੌਤ ਨਹੀਂ ਆ ਸਕਦੀ, ਪੰਥ ਦਰਦੀ ਅਕਾਲ ਚਲਾਣਾ ਕਰਦਾ ਹੈ। ਇਸੇ ਕਰਕੇ ਸਿੱਖ ਧਰਮ ਦੇ ਵਿੱਚ ਸਰੀਰ ਦੇ ਬਿਨਸਨ ਉੱਤੇ ਇੱਕ ਵੀ ਫਰਮਾਨ ਅਫਸੋਸ ਦਾ ਨਹੀਂ ਜਾਏਗਾ, ਕਿਉਂਕਿ ਅਕਾਲ ਚਲਾਣਾ ਕਰਨਾ, ਅਕਾਲ ਵੱਲ ਨੂੰ ਚਾਲੇ ਪਾਉਣਾ, ਉਸ ਵਾਹਿਗੁਰੂ ਵੱਲ ਚਾਲੇ ਪਾਉਣਾ, ਉਹਦੇ ਵਾਸਤੇ ਅਫਸੋਸ ਨਹੀਂ ਹੈ। ਤਾਂ ਹੀ ਨਾ ਸਤਿਗੁਰੂ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਸਤਿਗੁਰ ਦੀ ਇਲਾਹੀ ਬਾਣੀ ਵਿੱਚ ਇਹ ਸਰੀਰ ਦੇ ਬਿਨਸਨ ਤੋਂ ਬਾਅਦ ਇਸ ਭੌਰ ਦੇ ਉਡਾਰੀ ਮਾਰ ਕੇ ਜਾਣ ਦੇ 3 ਰਸਤੇ ਬਿਆਨ ਕੀਤੇ ਸਤਿਗੁਰੂ ਸਾਹਿਬ ਜੀ ਨੇ ਇਲਾਹੀ ਬਾਣੀ 'ਚ। ਇੱਕ ਰਸਤਾ ਦੁਨੀਆ ਦੇ ਬੰਦੇ ਵਾਸਤੇ ਹੈ, ਉਹ ਰਸਤਾ ਜਿਹਨੂੰ ਸਤਿਗੁਰੂ ਸਾਹਿਬ ਜੀ ਨੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕਰੰਗਾ, ਜਿਹਨੂੰ ਆਪਾਂ ਅਲਾਮੀਆਂ ਵਿੱਚ ਇਉਂ ਜਮ ਮਾਰਗ ਪੰਥ ਨਾ ਸੁਝੀ, ਉਜੜ ਅੰਗ ਗਵਾਰੋਆ, ਨਾ ਜਲ ਲੇਪ ਚਲਾਈਆਂ, ਨਾ ਭੋਜਨ ਪ੍ਰਕਾਰੋਆ, ਭੋਜਨ ਪਾਵਨ ਠੰਡਾ ਪਾਣੀ, ਨਾ ਕਾਪੜ ਸਿੰਗਾਰ। ਦੂਜਾ ਰਸਤਾ ਇਹ ਵੀ ਦੱਸਿਆ ਹੈ
कि हो सकता भी असीं इस जन्म दे विच उन्ना पैंडा तय ना कर सकी पहुँचना है, असीं उस तक ना पहुँच सकीए। पर यह गल याद रखियो कि उहदे वास्ते वो रस्ता नहीं हैगा कई जन्म कीट पतंगा वाला। उहदे वास्ते कबीर साहब ने बयान किया, जे चुनगा ऐसे घर हम बहुत वसाए जब हम राम गर्भ होया, जोगी जति तपी ब्रह्मचारी, कहूँ राजा कहूँ छत्रपत भिखारी। ये सारे जन्म मानस दे सीगे, लेकिन ऐस जन्म च मैं प्रवान चढ़ गया। अब तो जाए चढ़े सिंघासन, मिले है सारंग पानी, राम कबीरा एक पै है कोई ना सके पछाने। कि जदों वो सिख बनता है, सिख अकाल वाल नूं चाले पाउंदा है, उहदे कोले दोबारा मनुखा जन्म है। वो मनुखा जन्म दे विच गुरु नानक का रस्ता जिहड़ा ना वो पंथ अकाल पुरख दा है। ये भाई गुरदास जी का भी फैसला है कि उस रस्ते जो चलिया हुआ, जिन्हें गुरु नानक के घर का रस्ता फड़ लिया है, ਉਹਦੀ ਤੇ ਗੱਲ ਛੱਡੋ, ਕਹਿੰਦੇ ਉਹਦੀ ਸੰਗਤ ਕਰਨ ਵਾਲੇ ਨੂੰ ਵੀ ਜਮਦੂਤ ਨਹੀਂ ਬੁਲਾ ਸਕਦਾ। ਇਹ ਭਾਈ ਗੁਰਦਾਸ ਜੀ ਦਾ ਫੈਸਲਾ ਹੈ। ਗੁਰਮੁਖ ਪੰਥ ਗਹੇ ਜਮਪੁਰ ਪੰਥ ਮਿਟੇ। ਇਹ ਗਰੰਟੀ ਭਾਈ ਗੁਰਦਾਸ ਜੀ ਦੀ ਕਿ ਜਿੱਦਣ ਗੁਰੂ ਨਾਨਕ ਦੇ ਘਰ ਦਾ ਗੁਰਮੁਖ ਸ਼ਬਦ ਗੁਰੂ ਨਾਨਕ ਵਾਸਤਾ ਹੈ, ਇਹ ਕੱਲ ਗੁਰਮੁਖ ਕੱਲ ਵਿੱਚ ਪ੍ਰਗਟ ਹੋਆ, ਪੰਥ ਰਸਤਾ ਗਹੇ ਪਕੜਿਆ। ਜਦੋਂ ਤੂੰ ਗੁਰੂ ਨਾਨਕ ਦੇ ਘਰ ਦਾ ਰਸਤਾ ਪਕੜਿਆ, ਜਮਪੁਰ ਪੰਥ ਮਿਟੇ। वो जो जमपुर रस्ते तेरा वो मिट गया। उस रस्ते ते गुरसिख संग, उत्थे जो गुरसिखां की संगत होनी है, पंचदूत संग त्यागे जिहड़े कि पंज वैरी ने, ये गुरसिख के संग नूं नहीं आउणगे। ते जो रस्ता ही वो फड़ गया, उहदे नेड़े नहीं आउणगे। उहदी फिर मंजिल गुरु किरपा करदा है। पिंड मूए जियो किह कर जाता, क्योंकि शरीर सिर नहीं रह सकता, शरीर ने जाना है किधर, लेकिन ये अंदर एक जियो है। दो चीज़ा ने, पिंड अस्थूल शरीर है, जियो सूखम है, ये सानू दिसदा नहीं। शरीर किथे छड़ दिता, जियो किह कर जाता, शब्द अतीत अनाहद राता। गुरु नानक के घर का रस्ता है शब्द, कि तू शब्द नूं पकड़ लिया है, हुण तू शब्द अनुसार करना शुरू कर दिता है। शब्द ने तेनों दुनिया तू निर्लेप करना है, दुनिया तू अतीत करना है। मेरे हो सकता है कि जिहड़ा हद्दां तों परे है, हद्दां तों परे वाहिगुरू अकाल पुरख है। गुरु नानक के घर की फिलासफी किसी देश दीयां हद्दां तक नहीं, किसी धर्म दीयां हद्दां तक नहीं। वो सज्जन संसार तो भी अगे दी, वर्ल्ड तो भी अगे दी है। जे असीं इसदा होर अध्ययन करांगे, भाई गुरदास जी भाई नंदन नूं पढ़ांगे, तो सानूं ये पता लगे इस लोक तो भी अगे दी फिलासफी है, हद्दां तो परे है। पर साहिब जी कहते जदों वो उस रस्ते ते पहुँचता है, ਉਹਦਾ रस्ता फड़िया, वो वाहिगुरू ਇਹੋ ਜਿਹੀ बख्शिश करता है। जिन जानिया तिन राम पछाणिया, जिन्हें जानिया उन्हें पछाणिया, जो गूंगे साकर मन मन। गूंगा बंदा होवे वो शक्कर का स्वाद चक्के नहीं दस सकेगा, क्योंकि उन्हें स्वाद है मस्त आ रहा है। ਉਹਦੇ वास्ते सो गुर करो जी बहोर ना करना। दुनिया के उत्ते ਜਿਹੜੇ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਸੀ, ਉਹਨਾਂ ਨੂੰ ਵੀ ਗੁਰੂ ਨਾਨਕ ਦੀ ਸ਼ਰਨ 'ਚ ਆਉਣਾ ਪਿਆ। ਜਦੋਂ ਗੁਰੂ ਨਾਨਕ ਦੀ ਸ਼ਰਨ 'ਚ ਆਏ, ਉਹਨਾਂ ਨੂੰ ਆਪਣੇ ਆਪ ਨੂੰ ਪਤਾ ਲੱਗਾ ਵੀ ਨਹੀਂ ਅਸੀਂ ਗਲਤ ਹਾਂ। ਮੈਂ ਇੱਕ ਪੁਆਇੰਟ ਬਿਆਨ ਕਰ ਦਿੰਦਾ। ਬਗਦਾਦ ਦਾ ਪੀਰ, ਉਹਦਾ ਲਕਬ ਸੀ ਰਹਿੰਦੀ ਸੀ ਦਸਤਗੀਰ, ਨਾਂ ਨਹੀਂ ਸੀਗਾ। ਦਸਤ ਕਹਿੰਦੇ ਹੱਥ ਨੂੰ, ਗੀਰ ਕਹਿੰਦੇ ਪਕੜ ਨੂੰ। ਇਸਲਾਮ ਇਹ ਮੰਨਦੀ ਸੀ ਵੀ ਇਹ ਹੱਥ ਪਕੜ ਕੇ ਲਿਜਾਣ ਵਾਲਾ ਹੈ। ਪਰ ਜਿਸ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੀ ਸੰਗਤ ਹੋਈ, वो सच बोलन से आ गया भी नहीं मैं झूठ बोलता, मैं दस्तगीर नहीं हैगा। उस दिन वो को कलमा सी पहला, लेकिन उन्हें गुरु नानक साहब को कितने उन्होंने इतिहास पढ़ो बयान वो गश्त ब्याह कलमा
ਇਨਾਮਤ ਦਾ। ਉਹਨੇ ਗੁਰੂ ਨਾਨਕ ਸਾਹਿਬ ਦੇ ਹੱਥ ਜੋੜਿਆ, ਮੈਨੂੰ ਆਪਣਾ ਕਲਮਾ ਦੇ ਤਾਂ ਕਿ ਤੇਰੀ ਕਿਰਪਾ ਮੇਰੇ ਤੇ ਹੋ ਜਾਵੇ। ਸੋ ਗੁਰ ਕਰੋ ਜੇ ਬਹੁਰ ਨਾ ਕਰਨਾ, ਸੋ ਧਿਆਨ ਧਰੋ ਜੇ ਬਹੁਰ ਨਾ ਕਰਨਾ। ਉਹਦਾ ਧਿਆਨ ਧਰੀ, ਦੁਬਾਰਾ ਤੈਨੂੰ ਧਿਆਨ ਨਾ ਕਰਨਾ ਪਏ। ਸੋ ਪਦ ਲਵੋ ਜੇ ਬਹੁਰ ਨਾ ਰਵਣਾ, ਪਦਵੀ ਉਹ ਮਾਣੀ, ਦੁਬਾਰਾ ਕਿਸੇ ਪਦਵੀ ਦੀ ਇੱਛਾ ਨਾ ਰਹੇ। ਐਸੇ ਮਰੋ ਜੇ ਬਹੁਰ ਨਾ ਮਰਨਾ, ਆਪਣੇ ਆਪ ਨੂੰ ਇਉਂ ਮਾਨੀ ਕਿ ਦੁਬਾਰਾ ਤੇਰੀ ਜ਼ਿੰਦਗੀ ਵਿੱਚ ਮੌਤ ਨਾ ਆਵੇ। ਸਹਿਜ ਕੀਰਤੀ 'ਚ ਗੁਰੂ ਅਰਜਨ ਸਾਹਿਬ ਦਾ ਫੈਸਲਾ ਹੈ ਕਿ ਜਨਮ ਮਰਨ ਤੋਂ ਰਹਿਤ ਹੋ ਸਕਦਾ ਹੈ। ਸਹਿਜ ਕੀਰਤੀ 'ਚ 3-4 ਥਾਵਾਂ ਤੇ 2-2 ਸ਼ਲੋਕ ਆਪਸ ਵਿੱਚ ਵਿਚਾਰਨ ਵਾਲੇ ਆ। ਮੈਂ ਤੁਹਾਡੇ ਕੋਲੇ ਦੋਵਾਂ ਦੀ ਛੋਟੀ ਛੋਟੀ ਪੰਕਤੀ, ਤੁਸੀਂ ਪਹਿਲਾ ਸ਼ਲੋਕ ਘਰ ਤੱਕ ਦੇਖ ਸਕਦੇ ਜੇ। ਜਨਮ ਤਾਂ ਮਰਨ ਤੋਂ ਸ਼ੁਰੂ ਹੋਏਗਾ, ਹੋ ਜਾਏਗਾ ਪ੍ਰਵਿਰਤ ਮਾਰਗ ਵਿਨਾਸ਼ ਨੇ। ਤੇ ਉਹਦਾ ਅਗਲਾ ਸ਼ਲੋਕ ਹੀ ਹੋਏਗਾ ਕਿ ਰਹੰਤ ਜਨਮ ਮਨ, ਤੂੰ ਜਨਮ ਤੋਂ ਰਹਿਤ ਹੋ ਸਕਦਾ ਹੈ। ਹਰ ਦਰਸ ਲੀਨਾ ਬਜੰਤ ਨਾਨਕ ਸ਼ਬਦ ਬੀਨਾ। ਜਦੋਂ ਤੇਰੇ ਅੰਦਰ ਤੂੰ ਗੁਰੂ ਨਾਨਕ ਦਾ ਰਸਤਾ ਫੜਿਆ, ਕੋਈ ਸ਼ਬਦ ਆ ਗਿਆ, ਜਨਮ ਮਰਨ ਤੂੰ ਰਹਿਤ ਹੋ ਗਿਆ। ਹੁਣ ਤੂੰ ਸ਼ਬਦ ਨਾਲ ਮਰ ਗਿਆ, ਹੁਣ ਤੇਰਾ ਅਕਾਲ ਚਲਾਣਾ ਹੈ, ਹੁਣ ਤੇਰੀ ਮੌਤ ਨਹੀਂ ਹੈਗੀ। ਅਗਲੇ ਪਾਸੇ ਸਤਿਗੁਰੂ ਨੇ ਫਰਮਾਇਆ, ਆਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਐਸੀ ਰਹਿਤ ਰਹੋ ਹਰ ਪਾਸਾ। ਵੀਰ ਨਿਰੰਜਨ ਧਿਆਵੋ ਤਿਤ ਕਰ ਜਾਵੋ ਬਹੁਰ ਨਾ ਆਵੋ। ਇਸ ਪੰਕਤੀ ਦੇ ਸਾਇੰਸਿਸਟਾਂ ਦੇ ਵਿਚਾਰ ਹੋਰ ਨੇ, ਵਿਦਵਾਨ ਟੀਕਾਕਾਰਾਂ ਦੇ ਵਿਚਾਰ ਹੋਰ ਨੇ। ਜਿਹੜੇ ਟੀਕਾਕਾਰਾਂ ਦੇ ਵਿਚਾਰ ਉਹਨੂੰ ਵੀ ਗਲਤ ਨਹੀਂ ਕਹਿ ਸਕਦੇ, ਕਿਉਂਕਿ ਉਹ ਵਿਚਾਰ ਹੋਰ ਫਰਮਾਨਾਂ ਵਿੱਚ ਸਤਿਗੁਰੂ ਸਾਹਿਬ ਜੀ ਨੇ ਕੀਤੇ ਹੋਏ ਕਿ 5 ਤੱਤ ਨੇ। ਹੁਣ 5 ਤੱਤਾਂ ਦਾ ਇੱਕ ਸੁਭਾਅ ਹੈ ਜਿਹਨੂੰ ਇਲਾਹੀ ਬਾਣੀ ਵਿੱਚ ਬਿਆਨ ਕੀਤਾ ਹੋਇਆ ਹੈ ਕਿ ਪਾਣੀ ਦਾ ਕਰਮ ਹੈ ਕਿ ਤੇਰੀ ਪਿਆਸ ਬੁਝਾਣੀ। ਜਦੋਂ ਤੂੰ ਇਸ ਸੰਸਾਰ ਆਉਣਾ ਤੇ ਗੁਰੂ ਨਾਨਕ ਦੇ ਸ਼ਬਦ ਵਿੱਚ ਆਉਣਾ, ਤੇ ਗੁਰੂ ਨਾਨਕ ਦੇ ਸ਼ਬਦ ਗੁਰੂ ਤੈਨੂੰ ਉਹ 5 ਤੱਤਾਂ ਵਾਲਾ ਸੁਭਾਅ ਮਿਲਦਾ ਹੈ। ਤੇਰੇ ਅੰਦਰ ਉਹ ਗੁਣ ਤਾਰਨ, ਤੇਰੀ ਉਹ ਰਹਿਤ ਬਣ ਜਾਂਦੇ ਆ। ਫਿਰ ਤੈਨੂੰ ਪਤਾ ਲੱਗਦਾ ਹੈ ਕਿ ਤੱਤ ਕਿੰਨੇ ਬਣਾਏ। ਜਿਹਨੇ ਤੱਤ ਬਣਾਏ ਆ, ਮੈਂ ਉਹਦੇ ਨਾਲ ਲੀਨ ਹੋਵਾਂ। ਜਦੋਂ ਉਹਦੇ ਕੋਲ ਸ਼ਬਦ ਲੈਣਾ ਹੈ, ਉਸ ਦਿਨ ਕਹੇ ਕਬੀਰ ਨਿਰੰਜਨ ਧਿਆਵੋ ਤਿਤ ਕਰ ਜਾਵੋ ਬਹੁਰ ਨਾ ਆਵੋ। ਉਹਦੇ ਘਰ ਜਾਣ ਤੇ ਅਫਸੋਸ ਨਹੀਂ ਹੁੰਦਾ। ਤਾਂ ਹੀ ਤਾਂ ਰਾਮਕਲੀ ਸ਼ਬਦ ਵਿੱਚ ਆਖਿਆ ਸੀਗਾ ਕਿ ਮਿੱਤ ਪਹਿਗੇ, ਵੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਨਾਲ ਕਿਹਨਾਂ ਦਾ ਪਿਆਰ ਹੋਊਗਾ। ਲੇਕਿਨ ਉਹਨਾਂ ਕਿਹਾ ਵੀ ਤੁਸੀਂ ਮੇਰੇ ਜਾਣ ਤੇ ਰੋਣਾ ਨਹੀਂ, ਕਿਉਂ ਕਿ ਮੈਂ ਤੁਹਾਡਾ ਮਿੱਤਰ ਹਾਂ ਤੇ ਮੇਰੀ ਪੈਜ ਰਹਿ ਰਹੀ ਹੈ। ਤੇ ਜਦੋਂ ਮੇਰੀ ਪੈਜ ਰਹੀ ਹੈ, ਮਿੱਤ ਬਿਗਸਾ ਹੈ। ਤੁਹਾਨੂੰ ਖੁਸ਼ ਹੋਣਾ ਚਾਹੀਦਾ ਵੀ ਇੱਕ ਮਿੱਤਰ ਦੀ ਪੈਜ ਰਹੀ ਹੈ, ਜਿਸ ਮਿੱਤ ਕੀ ਪੈਜ ਭਾਵ ਹੈ। ਸਿੱਖ ਇਸ ਕਰਕੇ ਅਕਾਲ ਚਲਾਣਾ ਕਰਦਾ ਹੈ, ਔਰ ਇਸੇ ਕਰਕੇ ਜਿਹੜੀ ਮੌਤ ਤੋਂ ਦੁਨੀਆ ਡਰਦੀ ਸੀ, ਸਿੱਖ ਨੇ ਹੱਸ ਕੇ ਪ੍ਰਵਾਨ ਕੀਤੀ ਵੀ ਉਸ ਮਾਲਕ ਨੂੰ ਮਿਲਣ ਵਾਸਤੇ ਜਾਣਾ ਹੈ। ਸੋ ਗੁਰੂ ਕਿਰਪਾ ਕਰੇ ਕਿ ਸਾਨੂੰ ਇਹ ਮਤ ਆਵੇ, ਇਹੋ ਜਿਹੇ ਸੰਘਰਸ਼ੀਲ ਗੁਰਮਖਾਂ ਦੀ ਜ਼ਿੰਦਗੀ ਵਿੱਚੋਂ ਕੁਝ ਆਹੀ ਸਿੱਖੀਏ। ਹਾਂ, ਇੱਕ ਸਾਡੀ ਸ੍ਰੀ ਅਕਾਲ ਤਖਤ ਸਾਹਿਬ ਤੱਕ ਮਰਿਆਦਾ ਹੈ ਕਿ ਜਦੋਂ ਕੋਈ ਸਿੱਖ ਅਕਾਲ ਚਲਾਣਾ ਕਰਦਾ ਹੈ, ਬਹੁਤ ਧਿਆਨ ਦਿਓ ਜੀ। ਇੱਕ ਵਚਨ ਅਕਾਲ ਤਖਤ ਸਾਹਿਬ ਦਾ ਕਹਿ ਕੇ ਤੇ ਇੱਕ ਨਵਾਬ ਕਪੂਰ ਸਿੰਘ ਦਾ ਕਹਿ ਕੇ ਸਮਾਪਤੀ ਜੇ। ਨਵਾਬ ਕਪੂਰ ਸਿੰਘ ਨੇ ਆਖਿਆ ਸੀ ਵੀ ਜਦੋਂ ਸਿੱਖ ਚੜ੍ਹਾਈ ਕਰ ਜਾਵੇ ਉਦੋਂ ਕੀ ਕਰਨਾ। ਇਹ ਜ਼ਰੂਰੀ ਜੇ ਕਈ ਵਾਰੀ ਅਸੀਂ ਆਖੀਏ ਵੀ ਸੁਖਮਨੀ ਦਾ ਪਰ ਮਿਲਤ ਪਾਛੇ ਇਹ ਰੀਤ ਸੋ ਕਰੋ, ਗੁਰੂ ਗ੍ਰੰਥ ਕੋ ਪਾਠ ਕਰੋ। ਜਦੋਂ ਸਿੱਖ ਅਕਾਲ ਚਲਾਣਾ ਕਰ ਜੇ ਉਦੋਂ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਦਾ ਪਾਠ ਕਰਨਾ, ਕੋਈ ਸਹਿਜ ਪਾਠ ਕਰੇ, ਕੋਈ ਸ੍ਰੀ ਅਖੰਡ ਪਾਠ ਸਾਹਿਬ ਕਰੇ। ਸਭ ਹੀ ਸਿੱਖ ਮਤ ਮੁਖ ਮਨ ਧਾਰੋ ਪਾਏ। ਇਹ ਹਰ ਇੱਕ ਸਿੱਖ ਦੀ ਮੱਤ ਵਿੱਚ, ਮਨ ਵਿੱਚ, ਮੁੱਖ 'ਚ ਹੋਣਾ ਚਾਹੀਦਾ ਹੈ ਕਿ ਜਿੱਦਣ ਸਿੱਖ ਅਕਾਲ ਚਲਾਣਾ ਕਰ ਗਿਆ ਉਦੋਂ ਸਤਿਗੁਰਾਂ ਦੀ ਇਲਾਹੀ ਬਾਣੀ ਹੈ, ਚਾਹੇ ਸਹਿਜ ਪਾਠ ਹੋਏਗਾ ਤੇ ਚਾਹੇ ਸ੍ਰੀ ਅਖੰਡ ਪਾਠ ਸਾਹਿਬ ਹੋਏਗਾ। ਉਹ ਤੇ ਸਿੱਖ ਜਗਤ ਦੇ ਵਿੱਚ ਸ੍ਰੀ ਅਕਾਲ ਤਖਤ ਦੀ ਅੰਤਮ ਅਰਦਾਸ। ਹੁਣ ਅੰਤਮ ਅਰਦਾਸ ਵਿੱਚ ਸਾਡੇ ਘਰ ਦੀ ਮੱਤ ਹੈ ਕਿ ਅਸੀਂ
गुरु वास्ते सेवा च पईए ही संघर्षशील होइए। सिख हमेशा एक निमरता का प्रतीक है कि सिख गुरु को अरदास करता भी सतगुरु मैं भुलणहार तुसी बख्शणहार जी। इस वास्ते जदों सिख की अंतिम अरदास होंदी है उदों कितना भी महान सिख हो जाए अरदास यही होंदी सच्चे पातशाह ये सिख सी असीं तेरे कोले अरदास करते हैं बेनती करते हैं कि असीं सिख भुलणहार तू बख्शणहार है तेरे रस्ते चलदियां साडे कोलों भुलां होईयां होणगीਆਂ तू किरपा करके सानू बख्श लई। आप सारिਆਂ ने ही ये अरदास करनी है। इन्हियां विचारां की सेवा प्रवान करियो। होईयां भुलां की माफ़ी करो किरपा बुलाओ फतेह। वाहिगुरू जी का खालसा वाहिगुरू जी की फतेह। राम कली महला तीजा आनंद एक ओंकार सतगुर प्रसाद। आनंद पिया मेरी माए सतगुर ता पाया सहज सेती। राग रतन परवार परियां सबदो तगावो हरि केरा। कह नानक आनंद होआ ए मन मेरे आतू। हर नाल रहो तू मन मेरे अंगीकार हो करे तेरा। सबन गला समरथ सुआमी कह नानक मन मेरे। साचे साहिबा करता तेरा सब कुछ है। सदा सिफत सलाह तेरी नाम जिनके मन वसिया। कह नानक सच्चे साहिब तेरा साचा नाम मेरा आधार हो। साच नाम आधार मेरा कर शांत सुख मन आए वसिया। सदा कुर्बान कीता गुरु विटों। कहे नानक सुनो संतो प्यारो साचा नाम मेरा आधारो। वाजे पंच शब्द घर सुभागे शब्द वाजे। पंच दूत तुद वास कीते तुर कर्म पाया तुद जन को। कह नानक तै सुख होआ आनंद सुनो वड भागी हो। पार ब्रह्म प्रभ पाया दुख रोग संताप उतरे। संत साजन भय सरसे सुनते पुनीत कहते पवित्र। बिनवंत नानक गुर चरण लागे। वाहिगुरू जी का खालसा वाहिगुरू जी की फतेह।
श्री भगवती जी सखाए वासी भगवती जी की पातशाह दसवें प्रथम भगवती सिमर कै गुरु नानक लेते आए फिर अंगद गुरते अमरदास दसा की सखाए अर्जन हर गोबिंद नाम सिमराओ श्री घर राय श्री घर की शंत आई है जिस डिठे सब दुख जाए तेग बहादुर सिमरिया करनों त्यावताए सखाई गोई सखाए दसवें पातशाह श्री गुरु गोबिंद सिंह साहब जी सखाई गोई सखाए दसां पातशाहियां दी जोत श्री गुरु ग्रंथ साहब जी के पाठ दीदार दा ध्यान करके बोलो प्यारियां चौसा जादियां 40 मुक्तियां हटियां जपियां तपियां बिना नाम जपिया वंड छकिया देर चलाई ते द्वारी ते गंढ कीता बिना प्यारियां सत्यारियां की कमाई का ध्यान करके खालसा जी बोलो बिना सिंगा सिंगणियां धर्म है सीते बंध कटाए खोपड़ियां लुहाइयां ते कड़ियां ते चढ़े आरियां ना चिराए गए गुरुद्वारियां की सेवा ली कुर्बानियां कीतियां पर नहीं कार्या सिखी केसा स्वसा नाम निभाई बिना दी कमाई का ध्यान करके खालसा जी बोलो पंजाब तख्ता सर्वत गुरुद्वारियां का ध्यान करके बोलो सर्वत खालसा जी की अरदास है जी सर्वत खालसा जी को वाहेगुरु 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 चित आवे जितावन का सदका सुख सुख होए जहाँ जा खालसा जी सब तहाँ तर छिया देव फतेह की गाय पंथ के दे श्री साहब जी सखाए खालसे जी के बोल वाले बोलो सिखानु सिखी दान दान रहदान वेददान विषादान भरोसादान दाना सिरदान नाम दान श्री अमृतसर के दर्शन स्नान चौकियां झंडे गुंगी चुगु जोगिया टाल धर्म का जयकार बोलो माता मानी मां तुची माता रखाया वाहिगुरु एक आप अपने पंथ दे सदा सखाई दतार जियो सुनन काना शब्द होर गुरुद्वारियां गुरधामां दे जिन्हां तो मत नूं विछोड़िया गया कुल दर्शनदार सेवा संभालदार खालसा जी नूं बख्शा ऐ निमाणिया दे मान निताणिया दे तान निओटिया दी ओट सच्चे पिता वाहिगुरु मेरा दे साईं धन धन साहब श्री गुरु ग्रंथ साहब महाराज जी आप जी का महान वाक्य ज्यों ज्यों तेरा हुक्म तिवै त्यों होवना जह जह रखे आप तै जाए पड़ोगना दे मां वाका अनुसार आप जी दे दर कर दे सेवक भाई शिवदेव सिंह सच्चे पातशाह जी उन्होंने जितनी उस संसार के अंदर पूंजी दे करके भेजा सी उन्होंने पूरियां करदियां होया काल चलाना करके सन विछड़ी हुई रूह की आत्मिक शांति लई उन्होंने सेवक परिवार वालों श्री सहज पाठ आरंभ करवा के भोग पवाए ग्रंथ ला की बाणी का कीर्तन गुरमत विचारा हुई रमाला साहब की सेवा की गई है सच्चे पातशाह जी गुरबाणी पढ़द्या सुनद्या सेवा संभाल करद्या बेअंत प्रकार दियां भुलां गलतियां हो जांदियां खिमा करनियां जी अगां वास्ते शुद्ध स्पष्ट गुरबाणी पर सुनदा बल उत्तम चढ़दी कला नाम जी का सेवा सुन दी दास करनी जी ओ विछड़ी होई रूह नूं अपने चरना कमलों में निवास बख्शिश करना मगरों परिवार नूं भाणा मनण दा बल उदम चढ़दी कला नाम दियां दातां सेवा सिमरनियां दातां बख्शिश करनियां जियो आप जी दियां लक्ष्मियां होईयां दातां विचों सेवक परिवार वालों बड़ा प्रसाद लंगर हासिल किया है दर प्रवान होवे पावन हुक्म बख्शिश करो हुक्म अनुसार जीवन जुगत बख्श देना अखरां दा घाटा भुलत कमाव करनी सर्वत दे कारज रास करने सही प्यारे मिलो जिना मिलिया तेरा नाम चितावे नानक नाम चढ़ती लो तेरे भाने सर्वत दा वाहिगुरू जी का खालसा वाहिगुरू जी की
ਸੁਰਤ ਹੋਰਾ ਗਿਆ ਪ੍ਰਿਯ ਕਾਲ ਕੀ ਅਵਰ ਵਾਰ ਉਪੰਤ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰਤ ਦੀ ਮਾਨਿਓ ਭਗਤ ਗੁਰਾਂ ਕੀ ਦੇ ਹੁਕਮ ਕੋ ਮਿਲੋਚ ਹੈ ਗੋਰ ਜਗ ਮੈਂ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਵਾਰ ਵਰਸਾ ਮਿਲਾਂਗੇ ਬਚੇ ਚਰਨ ਜੋ ਵਾਰ ਵਰਸਾ ਮਿਲਾਂਗੇ ਬਚੇ ਚਰਨ ਜੋ ਹੋਵੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਸਾਹਿਬ ਜੀਓ ਸਜਣ ਸੱਚਾ ਪਾਤਸ਼ਾਹ ਇਰਸ਼ਾਦ ਸਭ ਜਿਸ ਪਾਸ ਬੈਠਿਆ ਸੋਹੀਆ ਸੋਨਾ ਦਾ ਵਿਸਾਬੋ ਸੁਭਾਉ ਟਲ ਗੁਰ ਸੇਵੀਆ ਮਹਿ ਨਸੈ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ ਅਵਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਨ ਹੋਈ ਗੁਣ ਨਿਦਾਨ ਭਗਤਨ ਕੋ ਬਰਤਨ ਮਿਰਲਾ ਪਾਵੈ ਕੋਇ ਅਵਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਕੋਈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਇ ਜਾ ਕੀ ਸ਼ਰਨ ਪਿਆ ਸੁਖ ਪਾਈਐ ਮੋੜ ਦੁਖ ਨਾ ਹੋਈ ਰਹਾਓ ਵਡ ਭਾਗੀ ਸਾਧ ਸੰਗ ਪ੍ਰਾਪਤ ਇਨ ਭੇਟਤ ਦੁਰਮਤ ਖੋਈ ਇਨ ਕੀ ਧੂਰ ਨਾਨਕ ਦਾਸ ਵਾਚੈ ਜਿਨ ਹਰ ਨਾਮ ਹਿਰਦੈ ਪਰੋਈ ਵਡ ਭਾਗੀ ਸਾਧ ਸੰਗ ਪ੍ਰਾਪਤ ਇਨ ਭੇਟਤ ਦੁਰਮਤ ਖੋਈ ਇਨ ਕੀ ਧੂਰ ਨਾਨਕ ਦਾਸ ਵਾਚੈ ਜਿਨ ਹਰ ਨਾਮ ਹਿਰਦੈ ਪਰੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਨੇ ਰਹਿਮਤ ਕੀਤੀ ਆਪ ਸਮੂਹ ਸੰਗਤ ਨੇ ਹਜ਼ੂਰ ਦਾ ਪਾਵਨ ਹੁਕਮ ਇਕਾਗਰਚਿਤ ਹੋ ਕਰਕੇ ਸਰਵਣ ਕੀਤਾ ਹੈ। ਪਾਵਨ ਹੁਕਮ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਅੰਦਰ ਪਾਵਨ ਅੰਕ 617 18 ਤੇ ਸੁਭਾਈਮਾਨ ਹਜ਼ੂਰ ਨੇ ਉਪਦੇਸ਼ ਦਿੱਤਾ ਹੈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਮੇਰੇ ਮਨਾ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਣੇ ਚੇਤੇ ਵਿੱਚ ਲਿਆ, ਯਾਦ ਰੱਖ, ਤਾਂ ਕਿ ਮਨ ਦੀ ਮੈਲ ਉਤਰੇ ਤੇ ਅਸੀਂ ਖਾਲਸ ਹੋ ਸਕੀਏ। ਉਸਤਤੀ ਉਸ ਵਾਹਿਗੁਰੂ ਦੀ ਕਰਦਿਆਂ ਹੋਇਆਂ ਕੋਈ ਕਿਸੇ ਪ੍ਰਕਾਰ ਦੀ ਦੁਰਮਤ ਕੁਮਤ ਨਾ ਰਹੇ। ਅਸਲ ਮੈਲ ਹੈ ਹੀ ਇਹ, ਰੱਬ ਜੀ ਦੀ ਯਾਦ ਵਿਸਾਰ ਦੇਣੀ, ਚਿੱਤ ਦਾ ਟੁੱਟ ਜਾਣਾ,
ਲੇਵਾ ਮਾਲਕ ਨਾ ਜੋਗਣੀ ਕੁਮਾਤਾ ਜੋ ਭੈੜੀ ਮਤ ਦੁਰਮਤ ਕਹੋ। ਤੇ ਕਹਿਣ ਲੱਗੇ ਸਾਨੂੰ ਗੁਰਮਤ ਚਾਹੀਦੀ ਹੈ। ਗੁਰੂ ਦੀ ਮਤ ਤੇ ਚੱਲਿਆ ਹੀ ਬੰਦਾ ਉੱਚੇ ਜੀਵਨ ਵਾਲਾ ਬਣਦਾ, ਸੰਤੋਖੀ ਬਣਦਾ, ਚੰਗੀਆਂ ਸੋਹਣੀਆਂ ਵਿਚਾਰਾਂ ਹੁੰਦੀਆਂ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਧਰਤੀ ਤੇ ਪਾਲਣਹਾਰ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਚੇਤਾ ਕਰ, ਜਾਂ ਕੀ ਸ਼ਰਨ ਪਿਆ ਸੁਖ ਪਾਈਐ। ਜਿਹਦੀ ਸ਼ਰਨ ਵਿੱਚ ਆਇਆ ਜ਼ਿੰਦਗੀ ਦੇ ਤਮਾਮ ਸੁੱਖ ਮਿਲਦੇ ਨੇ। ਵਿਕਾਰ ਨੇੜੇ ਨਹੀਂ ਆਉਂਦੇ, ਐ ਦੂਰ ਜਾਂਦੇ ਨੇ। ਗੁਰਮਤਿ ਜਦੋਂ ਨੇੜੇ ਆ ਗਈ, ਅਗਨਾਸ਼ੀ ਜੀਵਨ ਕੋ ਦਾਤਾ, ਕਹਿੰਦੇ ਨਾਸ਼ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਦਾਤਾ ਜੀ ਜਦੋਂ ਕਿਰਪਾ ਕਰਦੇ ਨੇ ਨਾ, ਸਿਮਰਤ ਸਭ ਮਨ ਖੋਈ। ਜਿਹੜੇ ਸ਼ਬਦ ਨੂੰ ਆਪਣਾ ਜੀਵਨ ਦੇ ਅੰਦਰ ਕਮਾ ਲਏ ਆ ਤੇ ਗੁਰਮਤਿ ਦੇ ਆਉਣ ਦੇ ਨਾਲ ਗੁਰਮਤਿ ਚਲੀ ਗਈ। ਬਟ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਗੁਰਮਤਿ ਗਈ ਤੇ ਤਿਨ ਕੀ ਧੂਰ ਨਾਨਕ ਦਾਸ ਬਾਦਸ਼ਾਹ, ਤਿਨ ਹਰ ਨਾਮ ਉਦਰ ਹੋਈ। ਨਾਮ ਦੀ ਬਾਤ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਨੂੰ ਗਾ ਲਿਆ, ਸਿਫਤ ਨੂੰ ਗਾ ਲਿਆ। ਕਹਿਣ ਲੱਗੇ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇੱਥੇ ਨਾਮ ਤੋਂ ਕਰ ਉਹਦੇ ਹੁਕਮ ਦੇ ਵਿੱਚ ਆ ਜਾਣਾ। ਵਾਹਿਗੁਰੂ ਦੇ ਜਾਪ ਨੂੰ ਸਦੀਮ ਕਾਲ ਸਦਾ ਆਪਣੇ ਜੀਵਨ ਜ਼ਿੰਦਗੀ ਅੰਦਰ ਕਮਾਉਣਾ, ਹੁਕਮ ਨੂੰ ਰਜਾ ਨੂੰ ਸਤ ਕਰਕੇ ਮੰਨਣਾ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਦਾ ਜੀਵਨ ਬੰਧਨਾਂ ਤੋਂ ਮੁਕਤ ਹੋ ਜਾਂਦਾ, ਆਜ਼ਾਦ ਹੋ ਜਾਂਦਾ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਪਿਓ ਗੋਬਿੰਦ ਸਿਓ ਜੋ ਪਾਨੀ, ਸੰਗ ਪਾਨੀ। ਦਾਤਾ ਜੀ ਮੇਰਾ ਕਰਨ ਜੋ ਕਿ ਸਾਡੇ ਕੋਲ ਆਪਣੇ ਜਿੰਨੀ ਵੀ ਵਿਸ਼ਵਾਸਾਂ ਦੀ ਪੂੰਜੀ ਲੈ ਕੇ ਸੰਸਾਰ ਦੀ ਯਾਤਰਾ ਕਰਨ ਵਾਸਤੇ ਭਾਈ ਸ਼ਿਵਦੇਵ ਸਿੰਘ ਜੀ ਆਏ ਸਨ। ਆਪ ਭਲੀ ਭਾਂਤ ਜਾਣੂ ਹੋ ਕੇ ਸੰਸਾਰ ਤੋਂ ਚਲਾਣਾ ਕਰਕੇ ਨੇ। ਉਹਨਾਂ ਦੀ ਯਾਦ ਦੇ ਅੰਦਰ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਪ੍ਰਮ ਕਰਵਾ ਕੇ ਭੋਗਵਾਏ ਲਾਹੀ ਬਾਣੀ ਦਾ ਕੀਰਤਨ ਗੁਰਮਤਿ ਵਿਚਾਰਾ ਅੰਤਮ ਅਰਦਾਸ ਹੋਈ ਹੈ। ਸਾਰੀ ਸੰਗਤ ਨੇ ਆਪਾਂ ਇਹੀ ਅਰਦਾਸ ਕਰਨੀ ਹੈ, ਸੱਚੇ ਪਾਤਸ਼ਾਹ ਕਿਰਪਾ ਕਰਿਓ, ਦੇਵੋ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸੋ ਮੇਲ, ਜੋ ਹੋਵੇ ਸਾਹਿਬ ਸੋ ਮੇਲ। ਦਾਤਾ ਜੀ ਵਿਛੜੀ ਹੋਈ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ ਕਰਨਾ, ਮਗਰੋਂ ਪਰਿਵਾਰ ਨੂੰ ਭਾਣਾ ਮੰਨਣ ਦਾ, ਮਾਲਕ ਨੂੰ ਚੜ੍ਹਦੀ ਕਲਾ ਨਾਮ ਦੀ ਦਾਤਾ ਸੇਵਾ ਸਿਮਰਨ ਦੇ ਦਾਤਾ ਬਖਸ਼ਿਸ਼ ਕਰਨੀਆਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਸ਼ਿਵਦੇਵ ਸਿੰਘ ਹੋਰਾਂ ਨਾਲ ਜਿਹੜਾ ਸਾਡਾ ਮਿਲਾਪ ਹੈ, ਜਿਹੜੀ ਸਾਡੀ ਸਾਂਝ ਹੈ, ਉਹ ਕੋਈ ਖੂਨ ਦਾ ਰਿਸ਼ਤਾ ਨਹੀਂ, ਕੋਈ ਦੂਰ ਦੀ ਵੀ ਰਿਸ਼ਤੇਦਾਰੀ ਨਹੀਂ, ਨਾ ਕੋਈ ਪਿੰਡ ਦਾ, ਨਾ ਕੋਈ ਹੋਰ ਮੇਰੀ ਉਹਨਾਂ ਨਾਲ ਕਿਸੇ ਕਿਸਮ ਦੀ ਕੋਈ ਸੰਬੰਧ ਨਹੀਂ ਹੈ। ਮੇਰਾ ਰਿਸ਼ਤਾ ਉਹਨਾਂ ਨਾਲ ਜਦੋਂ ਅਸੀਂ ਬਹੁਤ ਲੰਮੇ ਸਮੇਂ ਦੀ ਗੱਲ ਹੈ ਕਿ ਅਸੀਂ ਇੱਕ ਡੈਮੋਨਸਟ੍ਰੇਸ਼ਨ ਰੱਖਿਆ ਸੀ UNO ਦੇ ਬਾਹਰ, ਤਾਂ ਉਸ ਗੁਰਦੁਆਰਾ ਸਾਹਿਬ ਦੇ ਬਾਹਰ, ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਦੇ ਬਾਹਰ ਮੇਰੀ ਇਹਨਾਂ ਨਾਲ ਮੁਲਾਕਾਤ ਹੋਈ। ਹੌਲੀ ਹੌਲੀ ਅਸੀਂ ਆਪਸ ਇੱਕ ਦੂਜੇ ਦੇ ਲਾਗੇ ਆਏ। ਤਾਂ ਮੈਂ ਬਾਪੂ ਜੀ ਤੋਂ ਇਹ ਸਿੱਖਣ ਦਾ ਯਤਨ ਕੀਤਾ ਕਿ ਉਹਨਾਂ ਨੂੰ ਇਸ ਗੱਲ ਦਾ ਕੀ ਇੰਟਰਸਟ ਹੈ, ਕਿਉਂ ਮੁਜ਼ਾਹਰੇ ਜਾਣਾ ਚਾਹੁੰਦੇ ਨੇ। ਕਿਉਂਕਿ ਲੋਕਾਂ ਨੂੰ 10 ਵਾਰੀ ਕਹੀਏ ਕਿ ਭਾਈ ਡੈਮੋਨਸਟ੍ਰੇਸ਼ਨ ਆ ਜਾਂ ਕੋਈ ਪੰਥਕ ਪ੍ਰੋਗਰਾਮ ਆ ਤਾਂ ਲੋਕ ਉੱਥੇ ਤੁਰਦੇ ਨੇ। ਇਹ ਬਾਪੂ ਜੀ ਨੇ ਮੈਨੂੰ ਆਪ ਬੁਲਾ ਕੇ ਕਿਹਾ ਕਿ ਨੌਜਵਾਨੋ ਅਸੀਂ ਵੀ ਜਾਣਾ। ਤਕਰੀਬਨ 8-9 ਬਾਪੂ ਸੀ ਜਿਨ੍ਹਾਂ ਨੂੰ ਮੈਂ ਸਾਰਿਆਂ ਨੂੰ ਬਾਪੂ ਜੀ ਕਹਿੰਦਾ ਸੀ, ਜਿਨ੍ਹਾਂ 'ਚ ਬਾਪੂ ਸਾਗਰ ਸਿੰਘ ਹੋਣੀ, ਬਾਪੂ ਸ਼ਿਵਦੇਵ ਸਿੰਘ ਹੋਰੀ, ਹੁਣ ਕਈਆਂ ਦੇ ਤਾਂ ਮੈਨੂੰ ਨਾਮ ਹੀ ਭੁੱਲ ਗਏ ਨੇ, ਕਾਫੀ ਪੁਰਾਣੀ ਗੱਲ ਹੋ ਗਈ ਆ। ਬਹੁਤ ਉਹਨਾਂ 'ਚੋਂ ਬਹੁਤ ਜਿਹੜੇ ਸਾਡੇ ਬਜ਼ੁਰਗ ਨੇ ਪਿਆਰੇ, ਉਹ ਚੜ੍ਹਾਈ ਕਰ ਚੁੱਕੇ ਨੇ। ਤਾਂ ਇੱਕ ਦਿਨ ਅਸੀਂ ਬਜ਼ਾਰੇ ਤੋਂ ਵਾਪਸ ਆ ਰਹੇ ਸੀਗੇ, ਉਦੋਂ ਬੜੇ ਲਿਮਟਿਡ ਰਿਸੋਰਸਿਸ ਹੁੰਦੇ ਸੀਗੇ। ਮੇਰੇ ਕੋਲ ਇੱਕ ਕੰਸਟਰਕਸ਼ਨ ਵਾਲੀ ਵੈਨ ਹੁੰਦੀ ਸੀਗੀ ਜਿਹਦੇ ਵਿੱਚ ਕਿ ਬਹਿਣ ਨੂੰ ਵੀ ਥਾਂ ਨਹੀਂ ਸੀ ਹੁੰਦੀ, ਜੀ ਦੁੱਧ ਵਾਲੇ ਜਿਹੜੇ ਕਰੇਟ ਆ ਉਹ ਰੱਖ ਕੇ ਮੈਂ ਇਹਨਾਂ ਨੂੰ ਜਿਹੜਾ ਆ ਉਹ ਬਜ਼ਾਰੇ ਤੇ ਜਾਂਦੇ ਸੀ ਜਾਂ ਬੱਸ ਜਾਂਦੇ ਸੀ, ਵਾਪਸ ਆਉਂਦੇ ਸੀਗੇ। ਤਾਂ ਮੇਰੇ ਇਹਨਾਂ ਨਾਲ ਉਸ ਵੇਲੇ ਬਾਪੂ ਜੀ ਨੇ ਮੈਨੂੰ ਇੱਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਜਿਹੜੀ ਕਿ ਉਸ ਦਿਨ ਪੂਰੀ ਨਹੀਂ ਹੋਈ। ਫਿਰ ਮੈਨੂੰ ਹੌਲੀ ਹੌਲੀ ਸਮਝ ਲੱਗਣ ਲੱਗੀ ਉਹ ਕਹਾਣੀ ਸੀ ਬਾਪੂ ਜੀ ਦੇ ਬੇਟੇ ਵੀਰ ਕੁਲਦੀਪ ਸਿੰਘ ਦੀ, ਜਿਸ ਨੂੰ ਭਾਰਤ ਦੀ ਹਿੰਦੁਸਤਾਨ ਦੀ ਪੁਲਿਸ ਨੇ
ਲਾਪਤਾ ਕਰਕੇ, ਕਿਡਨੈਪ ਕਰਕੇ, ਜਿੱਥੇ ਉਹ ਕੰਮ ਕਰਦੇ ਸੀ ਉੱਥੋਂ ਉਹਨਾਂ ਨੂੰ ਚੁੱਕ ਕੇ ਨਜਾਇਜ਼ ਤਰੀਕੇ ਦੇ ਨਾਲ ਉਸ ਨੌਜਵਾਨ ਨੂੰ ਮਾਰ ਮੁਕਾਇਆ। ਉਸ ਬਾਪ ਦੀਆਂ ਅੰਦਰਾਂ, ਉਸ ਮਾਂ ਦਾ ਢਿੱਡ ਜਿਨ੍ਹਾਂ ਨੇ ਉਹਨੂੰ ਜੰਮਿਆ ਸੀ, ਉਸ ਭੈਣ ਨੂੰ, ਉਹ ਇੱਕ ਬੜੀ ਦਰਦਨਾਕ ਕਹਾਣੀ ਸੀ ਜਿਹੜੀਆਂ ਉਸ ਟਾਈਮ ਤਕਰੀਬਨ ਹਰ ਰੋਜ਼ ਹੀ ਸੁਣੀਦੀਆਂ ਸੀ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੀ ਇੰਡੀਅਨ ਸਟੇਟ ਆ ਉਹ ਸਿੱਖ ਨੌਜਵਾਨਾਂ ਨੂੰ ਘਰੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰ ਰਹੀ ਹੈ। ਮੈਂ ਸਮਝਦਾ ਆ ਕਿ ਬਾਪੂ ਜੀ ਇੰਨੇ ਕੁ ਠਰਮੇ ਵਾਲੇ, ਇੰਨੇ ਕੁ ਮਿੱਠੇ ਸੁਭਾਅ ਵਾਲੇ ਬੰਦੇ ਸੀ ਕਿ ਕਦੀ ਜ਼ਿੰਦਗੀ 'ਚ ਉਹਨਾਂ ਨੇ ਇਸ ਗੱਲ ਦਾ ਅਹਿਸਾਸ ਨਹੀਂ ਕਰਾਇਆ ਕਿ ਭਾਈ ਮੈਂ ਵੀ ਆਪਣਾ ਪੁੱਤ ਵਾਰਿਆ ਹੋਇਆ ਇਸ ਸੰਘਰਸ਼ ਦੇ ਵਿੱਚ। ਉਹ ਸਿਰਫ ਤੇ ਸਿਰਫ ਇਸ ਗੱਲ ਨੂੰ, ਇਸ ਕਹਾਣੀ ਨੂੰ ਇਸ ਤਰ੍ਹਾਂ ਦੱਸਦੇ ਸੀਗੇ ਕਿ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਇੱਕ ਫਰਜ਼ ਅਦਾ ਕੀਤਾ ਹੋਵੇ, ਜਾਂ ਇੱਕ ਸਮੇਂ ਤੇ ਜਿਹੜਾ ਝੱਖੜ ਝੁੱਲਿਆ ਹੋਵੇ, ਉਸ ਝੱਖੜ ਦੇ ਵਿੱਚ ਹਰ ਇਨਸਾਨ ਦਾ ਇਹ ਫਰਜ਼ ਬਣਦਾ ਆ ਕਿ ਮੈਂ ਆਪਦਾ ਜਿਹੜਾ ਬਣਦਾ ਰੋਲ ਆ ਅਦਾ ਕਰਾਂ। ਮੈਂ ਉਸ ਕੌਮੀ ਜਿਹੜੀ ਸਾਡੀ ਜੰਗ ਆ ਉਹਨੂੰ ਨੇੜੇ ਹੋ ਕੇ ਦੇਖਾਂ, ਉਹਨੂੰ ਮੈਂ ਆਪਣੇ ਆਪ ਤੇ ਮਹਿਸੂਸ ਕਰਕੇ ਦੇਖਾਂ। ਮੈਥੋਂ ਤਾਂ ਬਹੁਤ ਵਾਰੀ ਮੈਂ ਕੋਸ਼ਿਸ਼ ਕੀਤੀ ਕਿ ਮੈਂ ਉਹਨਾਂ ਨੂੰ ਇਹ ਸਾਰੀ ਦੀ ਸਾਰੀ ਕਹਾਣੀ ਜਿਹੜੀ ਆ ਉਹਨਾਂ ਤੋਂ ਇਹ ਸੁਣ ਸਕਾਂ। ਉਹ ਬਹੁਤ ਇੱਕ ਨਿਰਮਲ ਸੁਭਾਅ ਵਾਲੇ ਆਦਮੀ ਸੀ। ਮੇਰਾ ਜਿੰਨਾ ਕੁ ਉਹਨਾਂ ਦੇ ਘਰ ਆਉਣ ਜਾਣ ਸੀ, ਮਾਤਾ ਜੀ ਹੋਰਾਂ ਨਾਲ ਮੁਲਾਕਾਤ ਸੀ, ਇੱਕ ਉਹਨਾਂ ਦਾ ਹੋਰ ਬੇਟਾ ਸੀ, ਉਹਨਾਂ ਦੇ ਨਾਲ ਮੁਲਾਕਾਤ ਸੀ ਥੋੜੀ ਬਹੁਤ, ਪਰ ਹਮੇਸ਼ਾ ਇਸ ਗੱਲ ਦਾ ਉਹ ਸਾਨੂੰ ਸਿੱਖਿਆ ਦਿੰਦੇ ਸੀਗੇ ਕਿ ਬੇਟਾ, ਕਾਕਾ ਕਹਿੰਦੇ ਸੀ ਬਹੁਤਾ, ਕਾਕਾ ਧਿਆਨ ਰੱਖਿਓ, ਇਹ ਲੜਾਈ ਜਿਹੜੀ ਲੜਾਈ ਤੁਸੀਂ ਲੜਨ ਲੱਗੇ ਹੋਏ ਹੋ, ਇਹ ਲੜਾਈ ਬੜੀ ਗੰਭੀਰ ਆ, ਬੜਾ ਸਹਿਜ ਮੰਗਦੀ ਆ, ਤੇ ਤੁਹਾਡੀ ਜਿਹੜੀ ਗੁਰੂ ਪ੍ਰਤੀ ਤੇ ਤੁਹਾਡਾ ਆਪਣੇ ਆਪ ਨੂੰ ਸਾਂਭ ਕੇ ਜਿਹੜੀ ਜੰਗ ਆ ਇਹ ਲੜਨ ਵਾਲੀ ਆ। ਕੋਈ ਇਸ ਤਰ੍ਹਾਂ ਜੰਗ ਨਹੀਂ ਕਿ ਅਸੀਂ ਕਹਾਣੀਆਂ ਸੁਣ ਲਈਆਂ ਜਾਂ ਸੁਣਾਤੀਆਂ। ਇਹ ਕਹਾਣੀ ਕੋਈ ਇੱਦਾਂ ਨਹੀਂ। ਜਿਨ੍ਹਾਂ ਲੋਕਾਂ ਨਾਲ ਸਾਡੀ ਲੜਾਈ ਆ ਉਹ ਲੋਕ ਜਿਹੜੇ ਨੇ ਉਹ ਬੜੇ ਪ੍ਰਪੇਅਰਡ ਨੇ, ਔਰ ਸਾਡੀ ਕਿਸੇ ਕਿਸਮ ਦੀ ਕੋਈ ਤਿਆਰੀ ਨਹੀਂ। ਬਾਪੂ ਜੀ ਨੇ ਮੈਨੂੰ ਇਹ ਗੱਲ ਕਹਾਣੀ ਸੁਣਾਈ ਕਿ ਕਿਸ ਤਰ੍ਹਾਂ ਵੀਰ ਕੁਲਦੀਪ ਸਿੰਘ ਜਿਹੜਾ ਆ ਉਹ ਆਪਣੇ ਘਰੋਂ ਕੰਮ ਤੇ ਜਾਂਦੇ ਨੇ, ਘਰੋਂ ਕੰਮ ਤੇ ਜਿੱਥੇ ਜਾਂਦੇ ਨੇ ਉੱਥੇ ਉਹਨਾਂ ਦਾ ਪੁਲਿਸ ਪਿੱਛਾ ਕਰ ਰਹੀ ਆ, ਉਹਨਾਂ ਨੂੰ ਥੋੜੀ ਦੇਰ ਬਾਅਦ ਉਹਨਾਂ ਨੂੰ ਉੱਥੋਂ ਕਿਡਨੈਪ ਕਰ ਲਿਆ ਜਾਂਦਾ ਹੈ। ਕੋਈ ਦੱਸਦਾ ਨਹੀਂ ਤੁਹਾਡਾ ਮੁੰਡਾ ਕਿੱਥੇ ਆ। ਕਿਸ ਤਰ੍ਹਾਂ ਬਾਪੂ ਹੋਣੀ ਬੜੇ ਥੋੜੇ ਵਸੀਲਿਆਂ ਦੇ ਨਾਲ, ਕਦੀ ਸਾਈਕਲ ਤੇ, ਕਦੀ ਕਿਸੇ ਗੁਆਂਢੀਆਂ ਦੇ ਟਰੈਕਟਰ ਤੇ, ਕਦੀ ਹੋਰ ਕਿਸੇ ਅਫਸਰ ਨੂੰ ਮਿਲ ਕੇ, ਕਦੀ ਕਿਸੇ ਨੂੰ ਮਿਲ ਕੇ ਉਹ ਇਸ ਗੱਲ ਦਾ ਸਵਾਲ ਕਰਦੇ ਫਿਰਦੇ ਨੇ ਕਿ ਮੇਰਾ ਬੱਚਾ ਕਿੱਥੇ ਹੈ। ਫਿਰ ਹਰ ਰੋਜ਼ ਸ਼ਾਮ ਨੂੰ ਜਦੋਂ ਬੰਦਾ ਇਸ ਤਰ੍ਹਾਂ ਘੁੰਮ ਆ ਕੇ ਘਰ ਪਹੁੰਚਦਾ ਆ ਤੇ ਘਰ ਵਾਲੇ ਆਏ ਨੂੰ ਪੁੱਛਦੇ ਕਿ ਕੀ ਪਤਾ ਲੱਗਾ। ਇਹ ਪੰਜਾਬ ਦੇ ਇੱਕ ਘਰ ਦੀ ਕਹਾਣੀ ਨਹੀਂ ਸਾਧ ਸੰਗਤ ਜੀ, ਇਹ ਪੰਜਾਬ ਦੇ ਵਿੱਚ ਇੱਕ ਇਨਸਾਫ ਆਰਗੇਨਾਈਜੇਸ਼ਨ ਆ, ENSAAF, insaf.org ਉਹਨਾਂ ਦੀ ਵੈਬਸਾਈਟ ਆ। ਉਹਨਾਂ ਨੇ 7 ਸਾਲ ਲਾ ਕੇ ਪੰਜਾਬ ਦੇ ਇਕੱਲੇ ਪਿੰਡ 'ਚ ਜਾ ਕੇ 14,000 ਤੋਂ ਉੱਪਰ ਪਿੰਡ ਉਹਨਾਂ ਨੇ ਕਵਰ ਕੀਤਾ ਹੈ। 14,000 ਪਿੰਡਾਂ ਦੇ ਜਿਹੜੇ ਘਰ ਨੇ, ਇਕੱਲੇ ਘਰ 'ਚ ਜਾ ਕੇ ਉਸ ਘਰ 'ਚ ਜਿਹੜੇ ਪੁਲਿਸ ਵੱਲੋਂ ਡਿਸਅਪੀਅਰ ਕੀਤੇ ਬੰਦੇ ਨੇ, ਜਾਂ ਲਾਵਾਰਸ ਲਾਸ਼ਾਂ ਕਹਿ ਕੇ ਸਾੜੇ ਬੰਦੇ ਨੇ, ਜਾਂ ਜਿਹੜੇ ਸਹੀ ਪੁਲਿਸ ਮੁਕਾਬਲੇ ਹੋਏ ਸੀ, ਉਹਨਾਂ ਦੀ ਜਿਹੜੀ ਕਹਾਣੀ ਉਹ ਦਰਜ ਕੀਤੀ ਆ। ਤਕਰੀਬਨ 1999 ਤੋਂ ਲੈ ਕੇ 1992 ਤੱਕ 11,000 ਝੂਠਾ ਪੁਲਿਸ ਮੁਕਾਬਲਾ ਹੋਇਆ ਪੰਜਾਬ ਦੇ ਵਿੱਚ। ਝੂਠੇ ਪੁਲਿਸ ਮੁਕਾਬਲੇ ਦਾ ਮਤਲਬ ਇਹ ਆ ਕਿ ਹਰ ਉਸ ਮੁਕਾਬਲੇ ਦੇ ਵਿੱਚ ਕਿਸੇ ਨਾ ਕਿਸੇ ਬੰਦੇ ਦੀ ਮੌਤ ਹੋਈ ਆ, ਜਾਂ ਉਹ ਬੰਦਾ ਜਿਹੜਾ ਆ ਉਸ ਪਿੰਡ ਦੇ ਵਿੱਚੋਂ, ਉਸ ਸ਼ਹਿਰ ਦੇ ਵਿੱਚੋਂ ਬੰਦਾ ਲਾਪਤਾ ਹੋ ਗਿਆ। ਇਸ ਸਾਰੇ ਕਾਸੇ ਦੇ ਵਿੱਚੋਂ ਜਿਹੜੀ ਇਹ ਦਰਦ ਭਰੀ ਕਹਾਣੀ ਹੈ, ਭਾਵੇਂ ਘਰ ਦੇ ਵਿੱਚ ਆ, ਪਰ ਤੁਸੀਂ ਜਿਸ ਬੰਦੇ ਨੂੰ ਮਿਲਦੇ ਹੋ ਤੁਹਾਨੂੰ ਉਹਦੇ ਥਰੂ ਉਸ ਦਰਦ ਦੀ ਜਿਹੜੀ ਮਹਿਸੂਸ ਕਰਨ ਦਾ ਮੌਕਾ ਮਿਲਦਾ ਹੈ ਕਿ ਇਹ ਪਰਿਵਾਰ, ਇਹ ਪਿਤਾ, ਇਹ ਮਾਤਾ, ਇਹ ਪਰਿਵਾਰ, ਇਹ ਭੈਣਾਂ ਇਸ ਦਰਦ ਚੋਂ ਕਿਵੇਂ ਗੁਜ਼ਰੇ ਹੋਣਗੇ। ਸੋ ਮੇਰੀ ਬਾਪੂ ਜੀ ਨਾਲ ਜਿਹੜੀ ਸਾਂਝ ਆ ਉਹ ਇਸ ਕਿਸਮ ਦੀ ਸਾਂਝ ਆ ਕਿ ਉਹਨਾਂ ਨੇ ਸਾਨੂੰ ਸਾਡੇ ਹਰ ਇੱਕ ਡੈਮੋਨਸਟ੍ਰੇਸ਼ਨ ਤੇ ਬਾਪੂ ਜੀ ਨੇ ਆਪ ਕਾਲ ਕਰਕੇ ਭਾਈ ਮੈਨੂੰ ਘਰੋਂ ਲੈ ਜਾਓ ਤੇ ਘਰ ਛੱਡ ਜਿਓ, ਜੇ ਨਹੀਂ ਤਾਂ ਉਹਨਾਂ ਨੇ ਆਪ ਟੈਕਸੀ ਕਰਕੇ ਜਾਂ ਬੱਸ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਬਾਪੂ ਜੀ ਨੇ ਬਜ਼ਾਰੇ ਦੇ ਪਹੁੰਚਣਾ ਹੈ। ਕਦੀ ਉਹਨਾਂ ਨੇ ਇਹ ਨਹੀਂ ਕਹਿਣਾ ਕਿ ਮੈਂ ਸਟੇਜ ਤੇ ਬੋਲਣਾ ਆ, ਕਦੀ ਉਹਨਾਂ ਨੇ ਇਹ ਨਹੀਂ ਕਹਿਣਾ ਕਿ ਮੇਰੀ ਗੱਲ ਸੁਣੋ,
ਉਹਨਾਂ ਨੇ ਸਿਰਫ ਇੱਕ ਗੁਰਸਿੱਖ ਵਾਂਗ ਉਸ ਸੰਘਰਸ਼ ਦੀ ਜਿਹੜੀ ਆ ਹਾਜ਼ਰੀ ਆ ਉਹ ਜਾਰੀ ਰੱਖਣੀ ਆ। ਕਦੀ ਜ਼ਿੰਦਗੀ ਜਦੋਂ ਮੌਕਾ ਮਿਲਿਆ ਬਾਪੂ ਜੀ ਨੇ ਕਿਹਾ ਕਿ ਬਾਪੂ ਜੀ ਸ਼ਹੀਦਾਂ ਦੇ ਪਰਿਵਾਰ ਸਨਮਾਨਿਤ ਕਰਨੇ ਨੇ, ਤਾਂ ਉਸ ਟਾਈਮ ਬਾਪੂ ਜੀ ਨੇ ਬੜਾ ਲੋ ਪ੍ਰੋਫਾਈਲ ਰੱਖ ਕੇ ਬੇਟਾ ਦੇਖੋ ਬਹੁਤ ਲੋਕ ਸ਼ਹੀਦ ਹੋਏ ਨੇ, ਬੜੀਆਂ ਮਾਵਾਂ ਨੇ ਆਪਦੇ ਪੁੱਤ ਵਾਰੇ ਨੇ। ਇਸ ਤਰ੍ਹਾਂ ਜਦੋਂ ਅਸੀਂ ਕਰਦੇ ਹਾਂ, ਠੀਕ ਆ ਤੁਸੀਂ ਸਤਿਕਾਰ ਕਰਦੇ ਹੋ, ਮੇਰਾ ਵੱਖਰੀ ਗੱਲ ਆ, ਪਰ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਉਹਨਾਂ ਸ਼ਹੀਦਾਂ ਦੀ ਸਾਰ ਵੀ ਲਓ ਜਿਨ੍ਹਾਂ ਦਾ ਕੋਈ ਪਿੱਛੇ ਰਿਹਾ ਨਹੀਂ। ਇਸ ਕਿਸਮ ਦੀਆਂ ਭਾਵਨਾਵਾਂ ਉਹਨਾਂ ਦੇ ਮਨ 'ਚ ਸੀਗੀਆਂ। ਮੈਨੂੰ ਅੱਜ ਮੈਂ ਬਹੁਤ ਦੁੱਖ ਨਾਲ ਇਹ ਗੱਲ ਕਹਿ ਰਿਹਾ ਕਿ ਜਿਸ ਬਾਪੂ ਨਾਲ ਮੈਂ ਕਾਫੀ ਲੰਮਾ ਸਮਾਂ ਉਹਨਾਂ ਨਾਲ ਗੱਲਬਾਤ ਕਰਦੇ ਰਹੇ, ਉਹਨਾਂ ਨਾਲ ਮਿਲਦੇ ਵਰਤਦੇ ਰਹੇ, ਜਦੋਂ ਉਹਦਾ ਆਖਰੀ ਸਮਾਂ ਆਇਆ ਤਾਂ ਸਾਨੂੰ ਪਤਾ ਨਹੀਂ ਸੀ। ਮੈਂ ਮਾਫੀ ਚਾਹੁੰਦਾ ਪਰਿਵਾਰ ਦੇ ਕੋਲੋਂ ਕਿ ਮੈਂ ਉਸ ਵਕਤ ਬਾਹਰ ਗਿਆ ਹੋਇਆ ਸੀ, ਮੈਂ ਸੰਸਕਾਰ ਦੇ ਵਿੱਚ ਹਾਜ਼ਰ ਨਹੀਂ ਹੋ ਸਕਿਆ। ਪਰ ਮੈਂ ਇੱਕ ਗੱਲ ਦੀ ਜਿਹੜੀ ਆ ਉਹ ਸੰਗਤ ਰੂਪੀ ਬੇਨਤੀ ਆ ਕਿ ਸਾਨੂੰ ਜਿਹੜੇ ਇਹੋ ਜਿਹੇ ਬਜ਼ੁਰਗ ਨੇ ਸਾਡੇ ਜਾਂ ਨੌਜਵਾਨ ਨੇ, ਕੋਈ ਵੀ ਬੰਦਾ ਪੰਥ ਦਾ ਜਿਹੜਾ ਬੰਦਾ ਆ, ਜਿਹੜਾ ਪੰਥ ਲਈ ਆਪਣੀ ਜਿਹੜੀ ਆ ਉਹ ਜ਼ਿੰਦਗੀ ਲਾਉਂਦਾ ਆ, ਅਸੀਂ ਉਹਦੀ ਯਾਦਾਸ਼ਤ ਨੂੰ ਕਿਵੇਂ ਤਾਜ਼ਾ ਰੱਖੀਏ। ਭਾਈ ਸਾਹਿਬ ਨੇ ਲਖਵਿੰਦਰ ਸਿੰਘ ਹੋਰਾਂ ਨੇ ਕਥਾ ਕਰਦਿਆਂ ਇੱਕ ਗੱਲ ਦਾ ਚਾਨਣਾ ਮਨ ਦੇ ਵਿੱਚ ਪਾਇਆ ਕਿ ਮਰਨ ਤੇ ਅਕਾਲ ਚਲਾਣੇ 'ਚ ਕੀ ਫਰਕ ਆ। ਥੋੜੀ ਜਿਹੀ ਸਮਝ ਲੱਗੀ ਆ, ਸਮਾਂ ਬਣਿਆ ਇਹਨਾਂ ਤੋਂ ਪੁੱਛ ਕੇ ਇਸ ਗੱਲ ਦਾ ਹੋਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਬੰਦਾ, ਇਹਨਾਂ ਨੇ ਦੱਸਿਆ ਕਿ ਬੰਦਾ ਸ਼ਬਦ ਨਾਲ ਜਿਹੜਾ ਬੰਦਾ ਮਰ ਚੁੱਕਾ ਹੁੰਦਾ ਉਹਦੇ ਅਕਾਲ ਚਲਾਣੇ ਹੁੰਦੇ ਨੇ, ਆਮ ਬੰਦੇ ਦੀ ਮੌਤ ਆ। ਸਿੱਖ ਇਸ ਤਰ੍ਹਾਂ ਦਾ ਜੀਵਨ ਜੀਂਦੇ ਨੇ। ਮੇਰੇ ਖਿਆਲ 'ਚ ਬਾਪੂ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਿੱਖੀ ਜੀਵਨ ਨੂੰ, ਇਸ ਕੌਮ ਦੇ ਦਰਦ ਨੂੰ, ਜੋ ਗੁਰਸਿੱਖ ਦਾ ਇੱਕ ਫਰਜ਼ ਬਣਦਾ ਆ, ਉਸ ਨੂੰ ਬਾਖੂਬੀ ਨਿਭਾਇਆ। ਮੈਂ ਬੀਜੀ ਹੋਰਾਂ ਨੂੰ, ਪਰਿਵਾਰ ਦੇ ਸਾਰੇ ਜੀਆਂ ਨੂੰ, ਜਿੱਥੇ ਮੈਂ ਇਸ ਦੁੱਖ 'ਚ ਸ਼ਾਮਲ ਹਾਂ, ਮੈਂ ਉੱਥੇ ਵਧਾਈ ਵੀ ਦਿੰਦਾ ਆ ਕਿ ਤੁਹਾਡੇ ਘਰ ਦੇ ਇੱਕ ਬਜ਼ੁਰਗ ਸੀ ਜਿਨੇ ਕੌਮ ਦੇ ਇਸ ਸੰਘਰਸ਼ ਦੇ ਵਿੱਚ ਜੋ ਆਪਣਾ ਬਣਦਾ ਰੋਲ ਸੀ, ਉਹਨੂੰ ਆਪਣਾ ਰੋਲ ਆਪਣਾ ਹਿੱਸਾ ਪਾਇਆ ਤੇ ਆਪਣਾ ਜੋ ਪੁੱਤਰ ਕੁਲਦੀਪ ਸਿੰਘ ਸੀ ਉਹਨਾਂ ਦਾ, ਉਹਦੀ ਜਿਹੜੀ ਸ਼ਹਾਦਤ ਆ ਉਹਨੂੰ ਦਿਲ ਦੇ ਵਿੱਚ ਲੈ ਕੇ, ਉਹਨੂੰ ਆਪਣੇ ਸੀਨੇ ਨਾਲ ਲਾ ਕੇ, ਕਦੀ ਉਹ ਰੋਏ ਨਹੀਂ, ਕਦੀ ਉਦਾਸ ਨਹੀਂ ਹੋਏ, ਕਿਤੇ ਕਦੀ ਵਾਰੀ ਮਨ ਭਰ ਆਇਆ ਹੋਵੇ ਗੱਲ ਵੱਖਰੀ ਆ, ਨਹੀਂ ਤੇ ਉਹਨਾਂ ਨੇ ਬੜੀ ਦਲੇਰੀ ਤੇ ਦ੍ਰਿੜਤਾ ਦੇ ਨਾਲ ਇਸ ਗੱਲ ਨੂੰ ਲਿਆਇਆ ਕਿ ਜ਼ਾਲਮ ਜਿਹੜਾ ਆ, ਜਰਮਾਨਾ ਜਿਹੜਾ ਆ ਉਹ ਜ਼ੁਲਮ ਕਰਦਾ ਆ ਤੇ ਅਸੀਂ ਕਿਸ ਤਰ੍ਹਾਂ ਸਹਿਜ 'ਚ ਰਹਿ ਕੇ ਉਸ ਜ਼ੁਲਮ ਦਾ ਟਾਕਰਾ ਕਰਦੇ ਹੋਏ ਗੁਰੂ ਦੇ ਲੜ ਲੱਗੇ ਰਹਿਣਾ। ਕਿਸੇ ਵੀ ਭੁੱਲ ਚੁੱਕ ਦੀ ਖਿਮਾ ਸੰਗਤ ਨੂੰ ਬੇਨਤੀ ਆ, ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਬੇਨਤੀ ਆ, ਪਰਿਵਾਰ ਨੂੰ ਬੇਨਤੀ ਆ ਕਿ ਜੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਕੁਛ ਅਸੀਂ ਕਰ ਸਕਦੇ ਹਾਂ ਤਾਂ ਸਾਨੂੰ ਉਸ ਯਾਦ ਨੂੰ ਜਿਹੜਾ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਜਾਗਰ ਕਰਨਾ ਚਾਹੀਦਾ ਹੈ। ਕਿਸੇ ਵੀ ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਕਰੋ ਦਿਆ ਮੇਰੀ ਸਾਈ, ਤੁਮ ਕਰੋ